ਜੀ ਦਰਸ਼ਕੋ, ਗੱਲਬਾਤ ਦੇ ਇਸ ਦੂਜੇ ਹਿੱਸੇ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ। ਅਸੀਂ ਗੱਲਬਾਤ ਅਫਗਾਨਿਸਤਾਨ ਦੇ ਹਾਲਾਤਾਂ ਦੇ ਉੱਤੇ ਕਰ ਰਹੇ ਹਾਂ ਅਤੇ ਉਹਨਾਂ ਹਾਲਾਤਾਂ ਦੇ ਸੰਦਰਭ ਦੇ ਵਿੱਚ ਹੀ ਅਸੀਂ ਉੱਥੇ ਵਾਸਤੇ ਸਿੱਖ ਭਾਈਚਾਰੇ ਦੇ ਤਾਜ਼ਾ ਹਾਲਾਤ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਹ ਹਾਲਾਤ ਸਾਨੂੰ ਡਿਟੇਲ ਦੇ ਵਿੱਚ ਦੱਸਣ ਦੇ ਲਈ ਜੁੜੇ ਨੇ ਭਾਈ ਸੁਰਬੀਰ ਸਿੰਘ ਜੀ ਅਤੇ ਭਾਈ ਤਰਨਜੀਤ ਸਿੰਘ ਜੀ। ਦੋਨਾਂ ਦਾ ਹੀ ਪਿਛੋਕੜ ਅਫਗਾਨਿਸਤਾਨ ਤੋਂ ਆ, ਉੱਥੇ ਹੀ ਜੰਮੇ ਨੇ, ਉੱਥੇ ਹੀ ਉਹਨਾਂ ਦੀ ਜ਼ਿੰਦਗੀ ਦੇ ਬਿਖੜੇ ਪਿੰਡੇ ਸ਼ੁਰੂ ਹੋਏ ਨੇ ਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ। ਤਰਨਜੀਤ ਸਿੰਘ ਜੀ, ਜਿਹੜੇ ਹੁਣ ਦੇ ਹਾਲਾਤ ਬਣੇ ਹੋਏ ਨੇ ਅਫਗਾਨਿਸਤਾਨ ਦੇ ਵਿੱਚ, ਤੁਹਾਡੀ ਗੱਲਬਾਤ ਹੁੰਦੀ ਆ ਉੱਥੋਂ ਵਾਸਤੇ ਸਿੱਖਾਂ ਦੇ ਨਾਲ, ਤੁਹਾਡੇ ਦੋਸਤਾਂ ਦੇ ਨਾਲ, ਤੁਹਾਡੇ ਜਾਣਕਾਰਾਂ ਦੇ ਨਾਲ, ਕੀ ਦੱਸਦੇ ਨੇ ਉਹ ਕਿ ਕੀ ਨੇ ਅੱਜ ਕੱਲ੍ਹ ਦੇ ਹਾਲਾਤ ਜਾਂ ਅੱਜ ਦੀ ਤਰੀਕ ਦੇ ਵਿੱਚ? ਹਾਲਾਤ ਬਹੁਤ ਜ਼ਿਆਦਾ ਇੱਕ ਡਰ ਹੈ ਚੀਜ਼ ਦਾ ਕਿ ਅੱਗੇ ਕੀ ਹੋਣਾ ਹੈ, ਜੀ ਕਿਵੇਂ ਹੋਣਾ ਹੈ। ਤੇ ਪਰੇਸ਼ਾਨ ਨੇ ਸਾਰੇ, ਨਿਕਲਣ ਦੀ ਕੋਸ਼ਿਸ਼ ਕਰ ਰਹੇ ਕਿ ਜਲਦੀ ਤੋਂ ਜਲਦੀ ਨਿਕਲੀਏ। ਜੀ ਜਿੱਦਾਂ ਕਿ ਅਮਰੀਕਾ ਨੇ 31 ਅਗਸਤ ਤੱਕ ਡੈਡਲਾਈਨ ਹੈ ਨਾ ਉਹਨੂੰ, ਕਿ ਉਹਨਾਂ ਨੇ ਨਿਕਲਣਾ। ਸਾਰੇ ਕਹਿੰਦੇ ਕਿ ਅਸੀਂ ਉਦੋਂ ਨਿਕਲੀਏ। ਤੇ ਜਿਹੜੀ ਰਾਤ ਦੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਇੱਦਾਂ ਵੀ ਇੱਕ ਆਡੀਓ ਆਈ ਹੈ ਜਿਹੜੀ ਕਿ ਉਧਰ ਦੀ ਫਲਾਈਟਾਂ ਇੰਡੀਆ ਦੀ ਚਲਾ ਰਹੇ ਆ ਤੇ ਸਰਕਾਰੀ ਉਧਰੋਂ, ਤੇ ਉਹ ਸਾਡੇ ਨਾਲ ਜਿਹੜੇ ਗੁਰੂ ਘਰਾਂ ਦੇ ਨਾਲ ਉਧਰ ਘਰ ਤੇ ਪ੍ਰਵਾਨ ਦੇ ਵਿਕਾਸ ਸਾਰੀ ਸੰਗਤ ਬੈਠੀ ਹੈ। ਗੁਰੂ ਘਰ ਕਾਬੁਲ ਦੇ ਵਿੱਚ ਜਿਹੜਾ ਘਰ ਤੇ ਪ੍ਰਵਾਨ ਗੁਰਦੁਆਰਾ ਸਾਹਿਬ ਹੈਗਾ, ਉੱਥੇ ਸਾਰੀ ਸੰਗਤ ਬੈਠੀ ਹੈ, ਇਕੱਠੀ ਹੋਈ ਹੈ ਜੀ। ਉਹਨਾਂ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਇਹੀ ਦੱਸਦੇ ਆ ਕਿ ਸੁਣਨ ਚ ਇਹ ਆਇਆ ਕਿ ਅੱਜ ਜਿਹੜੀ ਆਖਰੀ 2 ਫਲਾਈਟਾਂ ਚੱਲਣੀਆਂ। ਅੱਛਾ ਜੀ। ਉਹਦੇ ਵਿੱਚ ਹੀ ਜਿਹਨਾਂ ਨੇ ਨਿਕਲਣਾ ਉਹ ਅੱਜ ਹੀ ਨਿਕਲਣਾ। ਅੱਜ ਦੀ ਆਖਰੀ 2 ਫਲਾਈਟਾਂ ਇੰਡੀਆ ਨੇ ਚਲਾਉਣੀਆਂ। ਜਿਨ੍ਹਾਂ ਨੇ ਇੰਡੀਆ ਜਾਣਾ, ਜਿਨ੍ਹਾਂ ਦੇ ਕੋਲ ਪਾਸਪੋਰਟ ਹੈਗੇ, ਵੀਜ਼ਾ ਹੈਗੇ ਇੰਡੀਆ ਦੇ, ਉਹ ਜਾ ਸਕਦੇ ਆ। ਵੱਡੇ ਜਿਹੜੇ ਹੈਗੇ ਆ, ਬੱਚਿਆਂ ਦਾ ਜਿਨ੍ਹਾਂ ਦਾ ਕਿਸੇ ਕਾਰਨਵਸ਼ ਨਹੀਂ ਬਣ ਸਕਿਆ, ਅਚਾਨਕ ਹੀ ਜਿਹੜੀ ਹੁਣ ਗੜਬੜ ਹੋ ਗਈ ਹੈ ਜਾਂ ਕਿੱਦਾਂ ਵੀ ਹੋਇਆ, ਜਿਨ੍ਹਾਂ ਦਾ ਨਹੀਂ ਬਣ ਸਕਿਆ ਉਹ ਆਪਣਾ ਮਾਪਿਓ ਦੇ ਨਾਲ ਜਾ ਸਕਦੇ ਆ ਇਹਦੇ ਵਿਦਆਊਟ ਵੀਜ਼ਾ ਔਰ ਪਾਸਪੋਰਟ ਦੇ। ਉਹਨਾਂ ਨੂੰ ਐਡੀ, ਲੇਕਿਨ ਵੱਡਿਆਂ ਨੂੰ ਨਹੀਂ ਹੈਗਾ ਛੂਟ। ਉਹਨਾਂ ਨੂੰ ਪਾਸਪੋਰਟ ਵੀਜ਼ਾ ਮੋਸਟਲੀ ਸਾਰੇ, ਮਤਲਬ ਸਾਰਿਆਂ ਕੋਲ ਪਾਸਪੋਰਟ ਤੇ ਵੀਜ਼ਾ ਲੱਗਿਆ ਹੀ ਹੋਇਆ ਸੀਗਾ। ਸਾਡੀ ਜਿਹੜੀ ਸੰਗਤ ਉੱਤੇ ਰਹਿ ਗਈ ਹੈ। ਤੇ ਕਿੰਨੀ ਕੁ ਸੰਗਤ ਰਹਿ ਗਈ ਆ? ਬੀਤੇ ਕੱਲ ਜੋ ਆਪਣੇ ਕੋਲ ਸੂਚਨਾ ਆਈ ਸੀ ਕਿ 23 ਜਾਣੇ ਗਏ ਨੇ ਸਿੱਖ ਪਰਿਵਾਰਾਂ ਦੇ ਵਿੱਚੋਂ, ਹੋ ਸਕਦੇ ਉਦੋਂ ਜ਼ਿਆਦਾ ਵੀ ਹੋਣ। ਹੁਣ ਕਿੰਨੀ ਕੁ ਸੰਗਤ ਰਹਿ ਗਈ ਆ ਉੱਥੇ? ਕੱਲ 48 ਗਏ ਸੀਗੇ ਬੰਦੇ ਜਿਹੜੇ ਮਹਾਰਾਜ ਦੇ ਸਰੂਪ ਗਏ। ਉਧਰ ਮਹਾਰਾਜ ਦੇ 3 ਸਰੂਪ ਗਏ ਨਾਲ। ਅੱਛਾ, 48 ਗਏ ਸੀ ਉੱਥੇ ਦੀ? ਠੀਕ। ਹਾਂਜੀ, ਮਹਾਰਾਜ ਦੇ 3 ਸਰੂਪ ਵੀ ਨਾਲ ਸੀਗੇ ਜਿਹੜੇ, ਉਹ ਵੀ ਪਹੁੰਚੇ ਉੱਥੇ ਸਾਰੇ। ਤੇ ਹੁਣ ਲਗਭਗ 150 ਦੇ ਆਸ-ਪਾਸ ਰਹਿ ਗਏ, ਆਪਣੇ 125 150 ਦੇ ਆਸ-ਪਾਸ ਰਹਿ ਗਏ। 125 150 ਦੇ। ਹਾਂਜੀ। ਤੇ ਇਹਨਾਂ ਦਾ ਵੀ ਅੱਜ ਕੋਸ਼ਿਸ਼ ਕਰਨੀ ਹੈ ਕਿ ਅੱਜ ਦੇ ਅੱਜ ਹੁਣੇ ਦਾਸ, ਉਹ ਨਾਰਮਲੀ 3 ਵਜੇ ਫੋਨ ਲਾਉਂਦਾ ਹੁੰਦਾ, ਉਦੋਂ ਥੋੜਾ ਜਿਹਾ ਦਿਨ ਦਾ ਸਮਾਂ ਸਟਾਰਟ ਹੋ ਜਾਂਦਾ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ 11 12 ਵਜੇ ਤੱਕ ਉਹਨਾਂ ਨੂੰ ਕਾਲ ਆਉਂਦੀ ਹੈ। ਫਿਰ ਉਹ ਔਨ ਕਾਲ ਸਾਰੇ ਆਪਣਾ ਤਿਆਰੀ ਕਰਦੇ, ਬੈਗ ਹੀ ਲੈਣਾ ਇੱਕ ਜਿਹਦੇ ਕੋਲ ਜੋ ਵੀ ਹੈ ਸਮਾਨ ਲੈ ਕੇ ਫਿਰ ਉਹ ਏਅਰਪੋਰਟ ਤੋਂ ਜਾਂਦਾ, ਕਿਉਂਕਿ ਏਅਰਪੋਰਟ ਦੇ ਆਸ-ਪਾਸ ਘੇਰਾ ਹੀ ਬਹੁਤ ਬਚਿਆ। ਅਫਗਾਨੀ ਮੁਸਲਮਾਨ ਆਪ ਇਹਨਾਂ ਪਰੇਸ਼ਾਨ ਹੈ, ਉਹ ਘੇਰਾ ਬਣਾ ਕੇ ਏਅਰਪੋਰਟ ਦੇ ਸਾਰੀਆਂ ਐਂਟਰੀਜ਼ ਬੰਦ ਨੇ ਜੀ। ਇੱਕ ਐਂਟਰੀ ਉਹਨਾਂ ਨੇ ਖਾਲੀ ਰੱਖੀ ਹੈ, ਇੱਕ ਐਂਟਰੀ ਉਹਨਾਂ ਨੇ ਥੋੜੀ ਜਿਹੀ ਸਾਈਡ ਤੇ ਕੀਤੀ ਹੈ ਕਿ ਜਿਹੜੇ ਬੰਦਿਆਂ ਨੂੰ ਏਦਾਂ ਦੇ, ਜਿਹੜੇ ਕੋਈ ਬੰਦੇ ਜਿੱਦਾਂ ਹੁਣ ਸਾਡੇ ਹੈ ਜਾਂ ਕੋਈ ਉਹਨਾਂ ਦੇ ਆਪਣੇ ਸ਼ਹਿਰੀ ਵਸਨੀਕ, ਭਾਵੇਂ ਅਮਰੀਕਾ ਦੇ ਜਾਂ ਬਾਹਰਲੇ ਹੋਣ, ਅਫਗਾਨਿਸਤਾਨ ਤੋਂ ਬਾਹਰਲੇ, ਉਹਨਾਂ ਨੂੰ ਲਿਆਉਣ ਲਈ ਇੱਕ ਜਗ੍ਹਾ ਉਹ ਉਹਨਾਂ ਨੇ ਰੱਖੀ ਹੈ ਕਿ ਚਲੋ ਉਸ ਗੇਟ ਤੋਂ ਐਂਟਰੀ ਕਰਾਈ ਜਾਵੇ। ਬਾਕੀ ਹਾਲ ਬਹੁਤ ਜ਼ਿਆਦਾ, ਮਤਲਬ ਕਿ ਲੋਕੀ ਬਹੁਤ ਮਤਲਬ ਡਰੇ ਹੋਏ ਆ, ਸਹਿਮੇ ਹੋਏ ਆ। ਸਾਡੀ ਤੇ ਚਲੋ ਹੈ ਹੀ ਹੈ, ਕਿਉਂਕਿ ਅਸੀਂ ਤੇ ਸ਼ੁਰੂ ਤੋਂ ਹੀ ਸਾਡੇ ਨਾਲ ਤਸ਼ੱਦਦ, ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਜ਼ਰੂਰ ਹੈ ਕਿ ਕੋਈ ਵੀ ਗੱਲ ਹੁੰਦਾ ਉਹ ਸ਼ੁਰੂ ਹਮੇਸ਼ਾ ਘੱਟ ਗਿਣਤੀਆਂ ਤੋਂ ਸ਼ੁਰੂ ਕਰਦੇ ਆ ਗੱਲ। ਉਹਨਾਂ ਤੇ ਤਸ਼ੱਦਦ ਜ਼ਿਆਦਾ ਹੁੰਦਾ ਤੇ ਉਹਨਾਂ ਦੀ ਸੁਣਵਾਈ ਵੀ, ਸਾਡੀ ਸ਼ੁਰੂ ਤੋਂ ਸੁਣਵਾਈ ਕੋਈ ਨਹੀਂ, ਕੋਈ ਪੁਲਿਸ ਨਹੀਂ ਹੈ, ਕੋਈ ਅਥਾਰਟੀ ਨਹੀਂ ਹੈ ਕਿ ਜਿਹੜੀ ਸਾਡੀ ਸੁਣਵਾਈ ਕਰੇ ਜਾਂ ਕੋਈ ਗੱਲ ਕਰੇ। ਤੇ ਇਸ ਦੇ ਵਿੱਚ ਹੁਣ ਇਹੀ ਹੈ ਕਿ ਹੁਣ ਲੱਗੇ ਆ ਸਾਰੇ ਗੱਲ ਕਰਨ ਤੇ। ਭੁੱਲਰ ਫਾਊਂਡੇਸ਼ਨ ਵਾਲੇ ਵੀ ਬੰਦੇ ਗੱਲ ਕਰਦੇ ਆ ਉੱਥੇ, ਉਹਨਾਂ ਦੇ ਨਾਲ ਜਿਹੜੇ ਕੋਆਰਡੀਨੇਟ ਕਰ ਰਹੇ ਆ ਸਾਰੇ ਕਿ ਕਿੱਥੇ ਉਹਨਾਂ ਨੂੰ। ਮਨਮੀਤ ਭੁੱਲਰ ਜਿਹੜੇ ਕੈਨੇਡਾ ਵਾਲੇ ਸੀਗੇ। ਹਾਂਜੀ, ਭੁੱਲਰ ਫਾਊਂਡੇਸ਼ਨ, ਉਹਨਾਂ ਦੇ ਨਾਲ ਉਹ ਬਹੁਤ ਜ਼ਿਆਦਾ, ਉਹਨਾਂ ਨੇ ਹੀ ਅਦਰ ਦੈਨ ਹੋਰ ਐਜ਼ ਏ ਨੌਨ ਅਫਗਾਨੀ ਸਿੱਖ ਹੋ ਕੇ ਦਰਦ ਨੂੰ ਸਮਝ ਕੇ ਜਿਹੜਾ ਉਪਰਾਲਾ ਕੀਤਾ, ਉਹਦੇ ਤੋਂ ਚਲੋ ਹੁਣ ਸਾਡਾ ਜਿਹੜਾ ਮੋਸਟਲੀ ਅਫਗਾਨਿਸਤਾਨ ਤੋਂ ਬਾਹਰ ਜਿਹੜਾ ਸਿੱਖਾਂ ਦਾ ਹੈਗਾ ਉਹ ਹੈਗਾ UK ਦੇ ਵਿੱਚ, ਇੰਗਲੈਂਡ ਦੇ ਵਿੱਚ, ਸਾਊਥ ਹਾਲ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਹੈਗਾ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ।
ਉੱਥੇ ਉਸ ਤੋਂ ਬਾਅਦ ਸਾਡਾ ਜਿਹੜਾ ਹੈਗਾ ਦਿੱਲੀ ਦੇ ਵਿੱਚ ਹੈਗੇ ਜਿਹੜੇ ਸੰਗਤ ਹੈਗੀ 12 ਤੋਂ 1400 ਪਰਿਵਾਰ ਹੈਗਾ ਅਜੇ ਅੱਜ ਦੀ ਡੇਟ ਵਿੱਚ। ਜੀ ਤੇ ਜੇ 12 ਤੋਂ 1400 ਪਰਿਵਾਰ ਹੈਗਾ ਆਪਣਾ, ਮਤਲਬ ਉਹਦੇ ਵਿੱਚ ਆਪਣੇ ਸਿੱਖ ਵੀ ਹੈਗੇ ਹੈ ਤੇ ਖੋਸਤ ਬਰਾਦਰੀ ਜਿਹੜੇ ਕੰਧਾਰ ਦੇ ਕੋਲ ਦੇ ਹੈਗੇ ਹੈ, ਉਧਰ ਦੇ ਵੀ ਹੈਗੇ ਹੈ। ਉਹ ਸਹਿਜਧਾਰੀ ਸਿੱਖ ਕਹਿ ਲਓ ਜਿੱਦਾਂ ਹੁੰਦੇ ਆ, ਉਹ ਹੈਗੇ ਹੈ ਜੀ ਤੇ ਹਿੰਦੂ ਵੀ ਹੈਗੇ ਕਈ। ਸੁਰਬੀਰ ਸਿੰਘ ਜੀ, ਤੁਹਾਡੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਜਾਂ ਕੁਝ ਤੁਹਾਡੇ ਰਿਸ਼ਤੇਦਾਰ ਹੋਣਗੇ ਜਲਾਲਾਬਾਦ ਦੇ ਵਿੱਚ, ਉਹ ਕੀ ਦੱਸ ਰਹੇ ਆ? ਜੀ ਮੇਰੇ ਦੋਸਤ ਜਿਹੜਾ ਮੇਰੇ ਦੋਸਤ ਹੈਗੇ ਬਚਪਨ ਦੇ ਯਾਰ, 2-3 ਦੋਸਤ ਉੱਥੇ ਵਾਪਸ ਗਏ ਸੀ। ਉਹ ਐਕਚੁਅਲੀ ਉਹੀ ਜਿਹੜੀ ਭਾਈ ਸਾਹਿਬ ਨੇ ਕਿਹਾ, ਤਰਨਜੀਤ ਸਿੰਘ ਭਾਈ ਜੀ ਕਹਿ ਰਹੇ ਸੀ, ਜਿਹੜੀ ਕਿ ਜਿਹੜੇ ਪੋਲਰ ਫਾਊਂਡੇਸ਼ਨ ਦੇ ਕਰਕੇ ਪਿਛਲੇ ਸਾਰੇ ਕੁਝ ਸਮੇਂ ਤੋਂ ਪਹਿਲਾਂ ਉਹ ਜਾ ਰਹੇ ਸੀਗੇ ਸਾਰੇ ਇੰਡੀਆ। ਉੱਥੋਂ ਉਹਨਾਂ ਨੂੰ ਬਾਹਰ ਭੇਜਣ ਵਾਸਤੇ ਕਿਹਾ ਗਿਆ ਤੁਸੀਂ ਇੱਥੇ ਆਓ, ਇੱਥੇ ਸੇਫ ਹੈਗਾ ਸਾਰਾ। ਤੇ ਉਹ ਵਾਪਸ ਗਏ ਸੀ ਪਿੱਛੇ ਗੁਰੂ ਘਰ ਦੇ ਗੁਰਦੁਆਰੇ ਸਾਹਿਬ ਵਾਸਤੇ ਆਏ ਸੀਗੇ ਵਾਪਸ ਦੇਖਣ, ਉਹਨਾਂ ਦਾ ਸਾਂਭ ਸੰਭਾਲ ਵਾਸਤੇ। ਤੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉਹ ਇਹੀ ਹੈ ਕਿ ਡਰ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੋਇਆ ਹੈ। ਇਹਨਾਂ ਨੇ ਬਹੁਤ ਜ਼ਿਆਦਾ ਐਸਾ ਮਾਹੌਲ ਬਣਾਤਾ ਹੈ ਤੇ ਕਿ ਮਤਲਬ ਕਿ ਕੁਝ ਸਮਝ ਨਹੀਂ ਆ ਰਹੀ ਉਹਨੂੰ ਕਰਨਾ ਤੇ ਕਰਨਾ ਕੀ। ਉਹ ਕਹਿੰਦੇ ਸਿਰਫ ਇਸ ਵੇਲੇ ਸਾਨੂੰ ਆਪਣੀ ਜਾਨ ਬਚਾਣੀ, ਕਿਸੇ ਤਰ੍ਹਾਂ ਵੀ ਇਧਰੋਂ ਨਿਕਲਣਾ ਹੈ। ਇਹਨਾਂ ਨੂੰ ਦੇਖਣਾ ਹੈ ਕਿ ਇਹ ਉਹ ਤਾਲਿਬਾਨ ਤਾਂ ਹੁਣ ਕਹਿੰਦੇ ਕਿਸੇ ਉਹ ਤਾਲਿਬਾਨ ਨਹੀਂ ਆ, ਪਰ ਤੁਸੀਂ ਉਸਨੂੰ ਸੋਚ ਨਹੀਂ ਸਕਦੇ ਕਿ ਉਹੀ ਨੇ ਕਿ ਨਹੀਂ ਨੇ, ਕਿਉਂਕਿ ਇਹ ਤਾਂ ਆਪਣੇ ਆਪ ਨੂੰ ਹੁਣ ਅੱਛਾ ਕਲੀਨ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਅਸੀਂ ਕਲੀਨ ਆ। ਅਸੀਂ ਉਹ ਨਹੀਂ ਕਰ ਰਹੇ ਜੋ ਪਹਿਲੇ ਕੀਤਾ ਸੀਗਾ। ਬਟ ਕੁਝ ਇੰਸਟੈਂਸ ਇਸ ਤਰ੍ਹਾਂ ਵੀ ਆ ਰਹੇ ਨੇ ਕਿ ਕਿਤੇ ਤਸ਼ੱਦਦ ਹੁਣ ਵੀ ਚੱਲਣਾ ਸ਼ੁਰੂ ਹੋ ਗਿਆ ਦੁਬਾਰਾ ਕਈ ਜਗ੍ਹਾ ਦੇ ਅੰਦਰ। ਤੇ ਉਸੇ ਵਾਸਤੇ ਹੁਣ ਇੱਕ ਡਰ ਦਾ ਮਾਹੌਲ ਬਣਿਆ, ਇਸ ਵਾਸਤੇ ਉਹ ਸਾਰਾ ਨਿਕਲਣਾ ਜਾਣਾ ਚਾਹ ਰਹੇ ਨੇ। ਤੇ ਅੱਜ ਜਿਵੇਂ ਉਹਨੇ ਕਿਹਾ ਕਿ ਅਪਡੇਟ ਤਾਂ ਤਰਨਜੀਤ ਸਿੰਘ ਕੋਲ ਵੀ ਸਾਰੇ ਹੈਗੇ ਨੇ, ਕਿਉਂਕਿ ਇੱਕ ਨਾਲ ਦੇ ਨਾਲ ਸਾਡੇ ਉਹ ਦੱਸ ਰਹੇ ਨੇ, ਪੇਜਸ ਵੀ ਪਾ ਰਹੇ ਨੇ। ਤੇ ਜੀ ਹਾਂਜੀ ਕਿ ਉਹ ਜਿਹੜੇ ਰਹਿ ਗਏ ਨੇ ਤੇ ਉਹ ਬਸ ਅੱਜ ਕੱਲ੍ਹ ਪਹਿਲੇ ਉਹ ਨਿਕਲਣਗੇ, ਉੱਥੋਂ ਜਾਣਗੇ, ਫਿਰ ਦੇਖਦੇ ਨੇ ਕਰਨਾ ਕੀ ਤੇ ਕਰਨਾ ਹੈ। ਉਹਨਾਂ ਨੇ ਸੋਚਣਾ ਹੈ ਅੱਗੇ ਕੀ ਕਰਨਗੇ ਕੀ ਨਹੀਂ ਕਰਨਗੇ। ਭਾਵ ਕਿ ਜੋ ਤਾਲਿਬਾਨ ਵਾਰ-ਵਾਰ ਕਹਿ ਰਹੇ ਨੇ ਮੀਡੀਆ ਦੇ ਵਿੱਚ ਆ ਕੇ ਕਿ ਜਿਹੜੀਆਂ ਅਕਲੀਅਤਸ ਨੇ, ਭਾਵ ਕਿ ਜਿਹੜੀਆਂ ਘੱਟ ਗਿਣਤੀਆਂ ਨੇ, ਮਿਨੋਰਟੀਜ਼ ਨੇ, ਅਸੀਂ ਉਹਨਾਂ ਨੂੰ ਫੈਸਿਲੀਟੇਟ ਕਰਾਂਗੇ, ਉਹ ਇੱਥੇ ਹੀ ਰਹਿਣ। ਸੋ ਉਹ ਉਹਨਾਂ ਦੀ ਸਿਰਫ ਮੀਡੀਆ ਦੇ ਵਿੱਚ ਕਹਿਣ ਦੀ ਗੱਲ ਆ, ਅੰਦਰ ਦੇ ਹਾਲਾਤ ਥੋੜੇ ਡਰਾਮੇ ਬਣੇ ਹੋਏ ਆ। ਜੀ ਹਾਂਜੀ ਹਾਂਜੀ ਕਾਫੀ ਵਿਸ਼ਵਾਸ ਨਹੀਂ ਨਾ, ਬੇਵਿਸ਼ਵਾਸੀ ਹੈ। ਕਿਉਂਕਿ ਪੁਰਾਣਾ ਬੈਕਗ੍ਰਾਉਂਡ ਉਹਨਾਂ ਦਾ ਜਿਹੜਾ ਦੇਖਿਆ ਜਾਏ, ਬੇਵਿਸ਼ਵਾਸੀ ਇਸ ਤਰ੍ਹਾਂ ਹੈਗੀ ਹੈ ਕਿ ਜਦ ਇਹਨਾਂ ਦੇ ਰਾਜ ਦੇ ਵਿੱਚ, ਤਾਲਿਬਾਨ ਦੇ ਪਹਿਲੇ ਰਾਜ ਦੇ ਵਿੱਚ ਵੀ ਜਦ ਸੀਗੇ, ਉਹ 96 ਤੋਂ 2001 ਦੇ ਵਿੱਚ ਸੀਗੇ, 5 ਸਾਲ ਰਹੇ ਹੈ। ਏਅਰਪੋਰਟ ਕੋਈ ਨਹੀਂ ਚੱਲੇ, ਇਹ ਫਲਾਈਟਾਂ ਕੋਈ ਨਹੀਂ ਚੱਲੀਆਂ, ਏਅਰਪੋਰਟ ਬੰਦ ਸੀਗੇ। ਜਿਨ੍ਹਾਂ ਨੇ ਕੋਈ ਆਣਾ ਜਾਣਾ ਕਰਨਾ ਸੀਗਾ, ਉਹ ਨਾਲੋਂ ਪਾਕਿਸਤਾਨ ਤੋਂ ਜਾਂਦੇ ਸੀਗੇ, ਪਿਸ਼ੌਰ ਤੋਂ ਇੱਧਰ ਉੱਧਰ ਦੂਜੀ ਜਗ੍ਹਾ ਤੋਂ ਫਲਾਈਟ ਲੈ ਕੇ ਨਿਕਲਦੇ ਸੀ, ਜਾਂਦੇ ਸੀਗੇ ਮੋਸਟਲੀ। ਉਹ ਏਦਾਂ ਸੀਗਾ। ਹੁਣ ਸਾਰੇ ਇਹੀ ਕਹਿੰਦੇ ਕਿ ਜੇ ਅਸੀਂ ਉੱਧਰ ਰਹਿ ਜਾਂਦੇ ਹਾਂ ਤੇ ਫਸ ਜਾਂਦੇ ਹਾਂ, ਤੇ ਫਿਰ ਸਾਡਾ ਕੌਣ ਬਾਂਹ ਫੜੂਗਾ, ਵਾਲੀਵਾਰਸ ਕੌਣ? ਜੀ ਹੁਣ ਵਾਲੀਵਾਰ। ਕਿਉਂਕਿ ਹੁਣ ਤੇ ਚਲੋ ਜੇ ਜਾ ਵੀ ਰਹੇ ਹੈ, ਸਰਕਾਰਾਂ ਲੱਗੀਆਂ ਹੋਈਆਂ ਅੱਗੇ ਪਿੱਛੇ, ਭਾਵੇਂ ਭਾਰਤੀ ਸਰਕਾਰ ਹੈ, ਉਹ ਵੀ ਕਿਤੇ ਨਾ ਕਿਤੇ ਹਰ ਇੱਕ ਬੰਦੇ ਨੂੰ ਆਪਣਾ ਸ਼ਾਇਦ ਕੁਝ, ਕਿਉਂਕਿ ਇਹ ਸਾਰਾ ਪੋਲੀਟੀਕਲ ਏਜੰਡੇ ਦੇ ਹੀ ਹਿਸਾਬ ਨਾਲ ਸਾਰੀ ਸਿਸਟਮ ਚੀਜ਼ ਚੱਲ ਰਹੀ ਹੈ ਕਿ ਜਿੱਦਾਂ ਜੋ ਵੀ ਹੈ ਜਿਵੇਂ ਵੀ ਹੈ, ਉਹਨਾਂ ਦੇ ਸ਼ਾਇਦ ਕੀ ਰੀਜ਼ਨ ਹੈ। ਸਾਨੂੰ ਸਾਡੇ ਲੋਕ ਇਹ ਕਹਿੰਦੇ ਕਿ ਅਸੀਂ ਉਧਰ ਪਹੁੰਚ ਜਾਈਏ, ਕਿੱਧਰੋਂ ਉਦੋਂ ਨਿਕਲ ਜਾਈਏ ਤੇ ਸੇਫਟੀ ਨਾਲ ਪਹੁੰਚ ਜਾਈਏ। ਤੇ ਮਹਾਰਾਜ ਦੇ ਜਿਹੜੇ ਆਪਣੇ ਗੁਰੂ ਘਰ ਨੇ, ਉਹਨਾਂ ਨੂੰ ਮੈਂ ਜਿਹਨੇ ਵੀ ਸਿੰਘਾਂ ਨਾਲ ਗੱਲ ਕੀਤੀ ਹੈ, ਸਾਰੇ ਬਹੁਤ ਪਰੇਸ਼ਾਨ ਨੇ। ਕਿਉਂਕਿ ਪਹਿਲਾਂ ਉਹ ਜਲਾਲਾਬਾਦ ਜਿੱਧਰ ਭਾਈ ਸਾਹਿਬ ਵੱਡੇ ਹੋਏ ਹੈ, ਉਧਰ ਦਾ ਗੁਰਦੁਆਰਾ ਸਾਹਿਬ ਦੇ ਕੇ ਆਏ ਹੈ। ਇੱਕ ਮੁੱਜੀ ਜੀ ਹੈਗੇ ਅਫਗਾਨਿਸਤਾਨ ਦੇ, ਇੱਕ ਮੁੱਜੀ ਹੈਗੇ ਅਫਗਾਨਿਸਤਾਨ ਦੇ, ਉਹ ਮੁੱਜੀ ਸਾਰਾ ਸੰਭਾਲਦੇ ਆ ਆਪਣਾ ਗੁਰੂ। ਕਿਉਂਕਿ ਗੁਰੂ ਘਰ ਦੀ ਜਿਹੜੀ ਉਧਰ ਦੀ ਇਮਾਰਤ ਹੈ, ਉਹਦੀ ਇਮਾਰਤ ਦੇ ਵਿੱਚ ਹੀ 60-70 ਦੁਕਾਨਾਂ ਕੱਢੀਆਂ, ਤੇ ਉਹਦੀ ਜਿਹੜੀ ਆਮਦਨ ਹੁੰਦੀ ਹੈ, ਉਹਦੀ ਆਮਦਨ ਤੋਂ ਹੀ ਗੁਰੂ ਘਰ ਦਾ ਜਿਹੜਾ ਪ੍ਰਬੰਧ ਚੱਲਦਾ ਸਾਰਾ। ਜੀ ਉਹ 60-70 ਦੁਕਾਨਾਂ ਗੁਰੂ ਘਰ ਦੇ ਨਾਮ ਹੀ ਨੇ ਸਾਰੇ। ਹਾਂ, ਉਹ ਸਾਰੇ ਗੁਰੂ ਘਰ ਦੇ ਵਿੱਚ, ਗੁਰੂ ਘਰ ਦੇ ਅੰਦਰ ਗੁਰੂ ਘਰ ਹੈ, ਤੇ ਉਹਦੀ ਜਿਹੜੀ ਬਾਉਂਡਰੀ ਬਾਹਰ ਸਾਰੀਆਂ ਦੁਕਾਨਾਂ ਹੀ ਬਣੀ ਹੋਈ ਹੈ, ਸਾਰੀ ਬਾਹਰ ਦੇ ਸਾਈਡ ਤੇ ਉਹ ਦੁਕਾਨਾਂ ਤੇ ਆਮਦਨ ਤੋਂ ਹੀ ਜਿਹੜੀ ਹੈਗੀ ਹੈ, ਜਿਵੇਂ 7-8 ਹਜ਼ਾਰ 10 ਹਜ਼ਾਰ ਦੇ ਹਿਸਾਬ ਕਰਾਇਆ। ਉਹ ਕਿਉਂਕਿ ਗੱਲ ਮੈਂ ਪ੍ਰਧਾਨ ਸਾਹਿਬ ਨਾਲ ਗੱਲ ਕਰਦਾ ਸੀਗਾ, ਜਿਹੜੇ ਆਪਣਾ ਦਿੱਲੀ ਦੇ ਵਿੱਚ ਹੈਗੇ ਹੈ, ਜਿਹੜੇ ਖਾਲਸਾ ਦੀਵਾਨ ਦੇ ਹੈਗੇ ਵੱਡੇ ਕਮਿਊਨਿਟੀ ਸਾਡੇ, ਉਹ ਮੇਰੇ ਡੈਡੀ ਦੇ ਮਾਸੀ ਜੀ ਦੇ ਬੇਟੇ ਹੈਗੇ ਆ।
ਕਜ਼ਨ ਜੀ ਮੇਰੇ ਕਜ਼ਨ ਡੈਡੀ ਉਹ ਉਹਨਾਂ ਸਰਦਾਰ ਮਨੋਹਰ ਸਿੰਘ ਜੀ ਉਹਨਾਂ ਨਾਲ ਗੱਲ ਕਰਦਾ ਸੀਗਾ ਮੈਂ। ਉਹ ਯੂਕੇ 'ਚ ਹੈਗੇ ਇਸ ਟਾਈਮ ਤੇ। ਜੀ ਉਹਨਾਂ ਨਾਲ ਮੈਂ ਗੱਲ ਕਰਦਾ ਸੀਗਾ, ਉਹਨਾਂ ਨੇ ਮੈਨੂੰ ਇਹੀ ਗੱਲ ਦੱਸੀ ਕਿ ਦੁਕਾਨਾਂ ਦਾ ਹਿਸਾਬ ਹੈ ਕਿ ਫਿਰ ਚਾਚਾ ਜੀ ਉੱਧਰ ਆਪਣਾ ਸਾਰਾ ਕੁਝ ਤੇ ਰਹਿ ਹੀ ਗਿਆ, ਫਿਰ ਹੁਣ ਕਿੱਦਾਂ ਆਪਾਂ। ਕਹਿੰਦਾ ਹੁਣ ਪੋਜੀਸ਼ਨ ਹੀ ਇਸ ਤਰ੍ਹਾਂ ਹੈ ਕਿ ਬੇਵਿਸ਼ਵਾਸੀ ਦੀ ਹੈ ਕਿ ਕੋਈ ਵੀ ਜਾ, ਕਹਿੰਦਾ ਜੇ ਮੈਨੂੰ ਪੁੱਛੋਗੇ ਤੇ ਮੈਂ ਆਪ ਨਹੀਂ ਜਾਵਾਂਗਾ। ਉਧਰਲੇ ਬੰਦੇ ਨੂੰ ਮੈਂ ਕੀ ਬਲੇਮ ਕਰ ਸਕਦਾ, ਕੀ ਕਹਿ ਸਕਦਾ ਨਾ। ਜੀ ਇਸ ਤਰ੍ਹਾਂ ਜਿਸ ਦਾ ਤਰ੍ਹਾਂ ਮਾਹੌਲ ਬਣਿਆ ਉਹ ਹੋਇਆ ਹੈ। ਜਿਸ ਤਰ੍ਹਾਂ ਤਾਲਿਬਾਨ ਵਾਲੇ ਗਏ ਨੇ, ਉਹ ਪਿਛਲੇ ਦਿਨਾਂ ਦੇ ਵਿੱਚ ਆਪਣੇ ਕੋਲ ਸਾਹਮਣੇ ਖਬਰਾਂ ਵੀ ਆਈਆਂ ਨੇ, ਜਿਸ ਤਰ੍ਹਾਂ ਉਹ ਗਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਨੇ ਇੰਸ਼ੋਰੈਂਸ ਦਿੱਤੀ ਆ ਕਿ ਹਾਂਜੀ ਇਹ ਤੁਸੀਂ ਇੱਥੇ ਰਹੋ। ਉਹ ਤਾਲਿਬਾਨਾਂ ਦੀ ਕਿੱਡੀ ਕੁ ਵੱਡੀ ਲੀਡਰਸ਼ਿਪ ਸੀ, ਜਾਂ ਕਿ ਉਸ ਗੱਲ ਦੇ ਨਾਲ ਧਰਵਾਸ ਨਹੀਂ ਹੋ ਰਿਹਾ ਆਪਣੇ ਵਾਸਤੇ ਸਿੱਖਾਂ ਦਾ ਉੱਥੇ? ਬਿਲਕੁਲ ਜੀ, ਉਹ ਬੇਵਿਸ਼ਵਾਸੀ ਇੰਨੀ ਹੋ ਚੁੱਕੀ ਪੁਰਾਣੀ ਤੋਂ ਵੀ। ਹੁਣ ਗੱਲ ਇਹ ਪਤਾ ਚੱਲੀ, ਸਾਡੇ ਜਿਹੜੇ ਮੇਰੇ ਵੀਰ ਜੀ ਨਾਲ ਜਿਹਨਾਂ ਨਾਲ ਮੇਰੀ ਗੱਲ ਹੋ ਰਹੀ ਹੈ ਕਾਬੁਲ ਦੇ ਵਿੱਚ, ਹੂੰ ਉਹ ਕਹਿੰਦੇ ਕਿ ਹੁਣ ਇਹਨਾਂ ਦੇ ਵਿੱਚ ਵੀ ਅਲੱਗ-ਅਲੱਗ, ਕਹਿੰਦਾ ਕਈ ਤਾਲਿਬ ਇਸ ਤਰ੍ਹਾਂ ਦੇ ਕਿ ਉਹ ਪੰਜਾਬੀ 'ਚ ਵੀ ਗੱਲ ਕਰਦੇ ਆ, ਕਈ ਇਸ ਅੱਛਾ ਤਰ੍ਹਾਂ ਜੀ। ਕਿ ਉਹ ਇਰਾਨੀ ਵੀ ਹੈਗੇ ਆ। ਹੁਣ ਇਹ ਹੂੰ ਕਿੱਥੋਂ-ਕਿੱਥੋਂ ਦੇ ਹੈਗੇ ਆ, ਇਹ ਖੁਦ ਇਹਨਾਂ ਨੂੰ ਨਹੀਂ ਪਤਾ ਹੈਗਾ। ਮਿਕਸ ਹੋ ਜੀ। ਗਏ, ਸਾਰੇ ਮਿਕਸ ਆਏ ਨੇ ਸਭ। ਸਾਰਾ ਮਿਕਸ ਹੀ ਹੋ ਗਿਆ ਕੰਮ। ਹੁਣ ਪਤਾ ਨਹੀਂ ਚੱਲੇ ਕਿ ਹੂੰ ਕੌਣ ਕਿੱਥੇ ਹੈ, ਕੀ ਕਰ ਰਿਹਾ, ਕਿਵੇਂ ਕਰ ਰਿਹਾ ਤੇ ਕਿਹੜਾ ਬੰਦਾ ਅਪਰੋਚ ਕਰ ਰਿਹਾ ਤੁਹਾਨੂੰ, ਕਿਹੜੇ ਬੰਦੇ ਦੀ ਡਿਊਟੀ ਲੱਗੀ ਹੈ। ਗੱਲ ਏਦਾਂ ਕਿ ਜਿਹੜਾ ਇਹਨਾਂ ਦਾ ਕਬੀਲਾ ਸਿਸਟਮ ਜਿਹੜਾ ਹੈਗਾ ਨਾ ਸ਼ੁਰੂ ਤੋਂ, ਵਾਰਲੋਡ ਜਿੱਦਾਂ ਕਹਿੰਦੇ ਇੰਗਲਿਸ਼ ਦਾ ਟਰਮ ਹੂੰ ਯੂਜ਼ ਕਰੀਏ, ਕਬੀਲਾ ਜਿਹੜਾ ਇਹਦਾ। ਹੁਣ ਇਹਨਾਂ ਦੇ ਇਹ ਵੀ ਵਿਸ਼ਵਾਸ ਨਹੀਂ ਹੈਗਾ ਕਿ ਜੇ ਵੱਡਿਆਂ ਨੇ ਕਹਿ ਦਿੱਤਾ ਕਿ ਤੁਸੀਂ ਨਹੀਂ ਕਰਨਾ, ਹੁਣ ਜੇ ਜਿਹੜੇ ਬੰਦੇ ਉਧਰ ਦਾ ਸਾਂਭ ਸੰਭਾਲ ਕਰ ਰਹੇ ਜੇ ਉਹੀ ਤੁਹਾਡੇ ਖਿਲਾਫ ਹੋ ਜਾਣ ਤੇ ਵੱਡੇ ਕੀ ਕਰਨਗੇ। ਜੀ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ, ਭਾਵ ਕਿ ਜਿਹੜੇ ਹਾਂ ਜੀ, ਬੰਦੇ ਜਾ ਕੇ ਇੰਸ਼ੋਰੈਂਸ ਦੇ ਰਹੇ ਨੇ, ਕੁਛ ਨਹੀਂ ਹਾਂ ਪਤਾ ਉਹ ਤਾਂ ਨਾ ਕਹਿਣ, ਉਹਨਾਂ ਦੀ ਇੱਛਾ ਵੀ ਸਹੀ ਹੋਵੇ ਸਹੀ ਵੀ ਜੋ ਹੋਵੇ। ਉਹਨਾਂ ਕੋਈ ਹੋਰ ਕਬੀਲੇ ਦੇ ਜਾਂ ਹੋਰ ਕੋਈ ਲੜਾਕੇ ਨੇ, ਉਹ ਆ ਕੇ ਉੱਥੇ ਉਹਨੂੰ ਉਸ ਕਿਸੇ ਗਲਤ ਤਰੀਕੇ ਦੇ ਨਾਲ ਡੀਲ ਕਰਨ। ਗਲਤ ਠੀਕ ਐਗਜ਼ੈਕਟਲੀ ਇਹੀ ਹੋਇਆ ਜਦ ਇਹਨਾਂ ਦਾ 96 ਤੋਂ 2001 ਦੇ ਇਹਨਾਂ ਦਾ ਰਾਜ ਸੀਗਾ। ਇਹ ਸਾਡੇ ਹੂੰ ਸਿੱਖਾਂ ਤੋਂ ਨੌਨ ਸਿੱਖਾਂ ਤੋਂ ਜਿਹੜੇ ਨੌਨ ਮੁਸਲਮਾਨ ਹੈਗੇ ਉਹਨਾਂ ਤੋਂ ਜਜ਼ੀਆ ਲੈਂਦੇ ਸੀਗੇ। ਹੂੰ ਤੁਹਾਡੀ ਸਿਕਿਉਰਿਟੀ ਕਰਾਂਗੇ, ਤੁਹਾਨੂੰ ਹੂੰ ਉਹਦਾ ਤੁਸੀਂ ਟੈਕਸ ਦਿਓ, ਜਜ਼ੀਆ ਦਿਓ। ਜੀ ਤੇ ਉਹਦੇ ਤੇ ਉਹਨਾਂ ਦਾ ਇਹ ਸੀਗਾ। ਹੁਣ ਜਦ ਦੂਜੀਆਂ ਸਰਕਾਰਾਂ ਜਿਵੇਂ ਕਈ ਪ੍ਰਾਂਤਾਂ ਦੇ ਵਿੱਚ, ਕਈ ਸ਼ਹਿਰਾਂ ਦੇ ਵਿੱਚ ਦੂਜੇ ਲੜਾਕੇ ਜਿਹੜੇ ਸੀਗੇ ਨਾਰਦਰਨ ਲਾਈਨ ਦੇ ਜਿਹੜੇ ਮੁਜਾਹਿਦੀਨ ਹੈਗੇ ਸੀਗੇ, ਉਹਨਾਂ ਹੂੰ ਦਾ ਭਾਰੀ ਸੀਗਾ। ਹੁਣ ਜਿਹੜੇ ਤੇ ਤੁਹਾਨੂੰ ਸਿਕਿਉਰਿਟੀ ਉਧਰ ਦੀ ਦੇ ਰਹੇ ਆ, ਦਾਵਾ ਕਰ ਰਹੇ ਹੈ ਤਾਲਿਬਾਨ ਦੇ ਸ਼ਾਸਨ ਦੇ, ਤਾਲਿਬਾਨ ਦਾਵਾ ਕਰਦੀ ਹੈ, ਤੇ ਹੂੰ ਦੂਜੇ ਲੜਾਕੇ ਤੁਹਾਨੂੰ ਫਿਰ ਜ਼ਬਰਦਸਤੀ ਹੀ ਮਾਰਨਗੇ ਤੇ ਤਾਂ ਹੀ ਉਹਨਾਂ ਦਾ ਨਾਂ ਅੱਗੇ ਆਊਗਾ ਕਿ ਇਹ ਬੰਦੇ ਨੇ ਇਦਾਂ ਕੀਤਾ। ਜੀ ਮਤਲਬ ਵਿੱਚ ਤੁਹਾਡਾ ਸਾਡਾ ਹੀ ਹਮੇਸ਼ਾ ਵਿੱਚ ਕਿਤੇ ਨਾ ਕਿਤੇ ਸਾਡੇ ਨਾਲ ਹੀ ਘੱਟ ਗਿਣਤੀ ਜਿਹੜਾ ਸਿੱਖਾਂ ਦੇ ਨਾਲ ਹੀ, ਖਾਸ ਕਰ ਹਿੰਦੂਆਂ ਦੇ ਨਾਲ ਜ਼ਿਆਦਾ ਇਸ ਲਈ ਕੁਝ ਨਹੀਂ ਹੋਇਆ। ਹਿੰਦੂਆਂ ਦੇ ਨਾਲ ਇਦਾਂ ਕਿ ਹਿੰਦੂ ਮੋਸਟਲੀ ਆਪਣਾ ਕਿੰਨੇ ਦਹਾਕਿਆਂ ਤੋਂ ਛੱਡ ਕੇ ਚਲੇ ਗਏ, ਸਿਵਾਏ ਇੱਕ ਕਾਬੁਲ ਦੇ। ਜੀ ਕਾਬੁਲ ਦੇ ਵੀ ਇੱਕ ਹਿੰਦੂ ਦਾ ਜਿਹੜਾ ਮੰਦਿਰ ਹੈਗਾ, ਆਸਾ ਮਾਈ ਦਾ ਮੰਦਿਰ, ਜਦ ਦਾਸ ਵੀ ਉੱਥੇ ਗਿਆ ਸੀਗਾ ਮੰਗਲਵਾਰ ਨੂੰ, ਉਹਦਾ ਕਾਫੀ ਪ੍ਰੋਗਰਾਮ ਰੱਖਦੇ ਹੁੰਦੇ ਆ। ਵੱਡਾ ਹਾਂਜੀ, ਜੀ ਆਸਾ ਮਾਈ ਦਾ ਇੱਕ ਉਸ ਮੰਦਿਰ ਤੋਂ ਇਲਾਵਾ ਇਹਨਾਂ ਦੇ ਬਾਕੀ ਸਾਰੇ ਹੀ ਜਗ੍ਹਾ ਇਹ ਏਦਾਂ ਹੀ ਛੱਡ ਕੇ ਆ ਗਏ ਬਗੈਰ ਕਿਸੇ ਦੇਖਭਾਲ ਤੋਂ। ਹੂੰ ਉਹ ਪਿਛਲੇ ਦਿਨਾਂ 'ਚ ਕੋਈ ਵੀਡੀਓ ਵੀ ਆਈ ਸੀਗੀ ਆਪਣੇ ਸਿੰਘਾਂ ਦੀ ਕਿ ਆਪਣੇ ਸਿੰਘ ਜਾਂਦੇ ਰਹੇ ਆ ਉਹਨਾਂ ਦੀ ਜਿੱਦਾਂ ਜਿਵੇਂ ਧੂਪ ਬੱਤੀ ਉਧਰ ਚਲਾ ਕੇ ਤੇ ਉਹਨਾਂ ਦੇ ਮੰਦਿਰਾਂ ਦੇ ਜਿਹੜੀ ਕੋਈ, ਜਿਵੇਂ ਕਈ ਗਜ਼ਨੀ ਦਾ ਕੋਈ ਪਿੰਡ ਹੈ, ਗਜ਼ਨੀ ਦਾ ਕੋਈ ਸ਼ਹਿਰ ਹੈ, ਜਾਂ ਕਿਤੇ ਹੋਰ ਹੂੰ ਛੋਟੇ ਪ੍ਰਾਂਤਾਂ ਦੇ ਕੋਈ ਸ਼ਹਿਰ ਹੈਗੇ ਆ, ਉੱਥੇ ਉਹਨਾਂ ਦੇ ਜਿਹੜੇ ਛੋਟੇ ਮੰਦਿਰ ਬਣੇ ਹੋਏ ਸੀਗੇ, ਉਹ ਘਰ ਤੇ ਹੈਗੇ ਆ ਲੇਕਿਨ ਉਹ ਮੰਦਿਰ ਬਣੇ ਹੋਏ ਆ ਲੇਕਿਨ ਉਹ ਬੰਦ ਨੇ ਸਾਰੇ। ਤੇ ਉਹ ਆਪਣੇ ਸਿੱਖ ਜੀ ਜਿਹੜੇ 8-9 ਪਰਿਵਾਰ ਹੈਗੇ, ਉਹ ਜਾ ਕੇ ਉੱਥੇ ਜਿੱਦਾਂ ਉਹਨਾਂ ਦਾ ਹਫ਼ਤੇ ਬਾਅਦ ਜਾਂ 2 ਦਿਨ ਬਾਅਦ, 4 ਦਿਨ ਬਾਅਦ ਜਾ ਕੇ ਧੂਪ ਅਗਰਬੱਤੀ ਚਲਾ ਦੇਣੀ, ਮਤਲਬ ਉਹਨਾਂ ਦਾ ਵੀ ਰੱਖਦੇ ਸੀਗੇ। ਲੇਕਿਨ ਹੁਣ ਆਪਣੇ ਹੀ ਸਾਰੇ ਆ ਗਏ ਹੈ। ਹੁਣ ਮਤਲਬ ਕਿ ਹਿੰਦੂਆਂ ਨਾਲ ਤੇ, ਕਿਉਂਕਿ ਮੋਸਟਲੀ ਉਹਨਾਂ ਦੇ ਨਾਲ ਇਹ ਪ੍ਰੋਬਲਮ ਏਦਾਂ ਵੀ ਨਹੀਂ ਹੋਈ ਕਿਉਂਕਿ ਉਹਨਾਂ ਦੀ ਜਿਹੜੀ ਦਿੱਖ ਹੈ, ਪਹਿਰਾਵਾ ਹੂੰ ਹੈ, ਉਹਨਾਂ ਦੀ ਜਿਹੜੀ ਫਿਜ਼ੀਕਲ ਅਪੀਅਰੈਂਸ ਹੈ, ਉਹ ਜੀ ਕਿਤੇ ਨਾ ਕਿਤੇ ਜਿੱਦਾਂ ਉਹ ਆਪਣਾ ਟੋਪੀ ਓਦਾਂ ਹੀ ਪਾ ਲੈਂਦੇ ਆ, ਉਹ ਰਲ ਜਾਂਦੇ ਆ ਮੁਸਲਮਾਨ ਉਹਨਾਂ ਦੇ ਵਿੱਚ। ਰਲ ਜਾਂਦੇ ਆ। ਬੋਲੀ ਉਹਨਾਂ ਦੀ ਉੱਧਰ, ਸਾਡੀ ਤੇ ਬੋਲੀ ਸਾਰੀ ਜਿਹੜਾ ਸਾਰੇ ਫਾਰਸੀ ਉੱਧਰ ਬੋਲਦੇ ਆ, ਦਰੀ ਹੂੰ ਬੋਲਦੇ ਆ। ਜਿਹੜੇ ਹੂੰ ਜਲਾਲਾਬਾਦ ਦੀ ਸਾਈਡ ਦੇ, ਕਿਉਂਕਿ ਅਸੀਂ ਕਾਬੁਲ ਵਿੱਚ ਹੈ, ਕਾਬੁਲ ਦੇ ਵਿੱਚ ਪਸ਼ਤੋ ਦਰੀ ਜ਼ਿਆਦਾ ਚੱਲਦੀ ਹੈ ਤੇ ਹੂੰ ਉਧਰ ਪਸ਼ਤੋ ਚੱਲਦੀ ਹੈ ਜ਼ਿਆਦਾ, ਜਿੱਧਰ ਭਾਈ ਸਾਹਿਬ ਜਲਾਲਾਬਾਦ ਦੀ ਗੱਲ ਕਰਦੇ। ਹੁਣ ਕਿਸੇ ਹੋਰ ਸ਼ਹਿਰ ਦੇ ਵਿੱਚ ਵੀ ਸਿੱਖ ਬੈਠੇ ਨੇ, ਜਾਂ ਸਾਰੇ ਕਾਬਲ ਦੇ ਵਿੱਚ ਆ ਕੇ ਇਕੱਠੇ ਬੈਠ ਗਏ ਨੇ, ਭਾਵ ਕਿ ਜਲਾਲਾਬਾਦ, ਸਾਰੇ ਕਾਬੁਲ, ਗਜ਼ਨੀ? ਸਾਰੇ ਸਭ ਖਾਲੀ ਕਰਤਾ, ਸਾਰਾ ਕੁਝ ਖਾਲੀ ਹੋ ਗਜ਼ਨੀ ਗਿਆ ਦੇ ਵਿੱਚੋਂ ਜਿੱਥੇ ਜਿੱਥੇ ਇੱਕ ਦੋ ਫੈਮਿਲੀ ਵੀ ਰਹਿ ਗਈ ਸੀ, ਉਹਨਾਂ ਨੂੰ ਵੀ ਹੁਣ ਪਤਾ ਹੀ ਕੁਝ ਰਹਿਤਾ ਕਿ ਨਹੀਂ ਤਾਂ ਨਹੀਂ ਪੈਣਾ ਸਾਨੂੰ। ਸਾਰੇ ਕਾਬੁਲ ਤੇ ਕਾਬੁਲ ਦੇ ਵੀ ਉਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸਾਰੇ ਹੁਣ ਮਹਿਫੂਜ਼ ਨੇ ਫਿਲਹਾਲ ਜਿਹੜੇ ਬੈਠੇ ਨੇ। ਗਜ਼ਨੀ ਦੇ ਜਿਵੇਂ 10 ਕੁ ਪਰਿਵਾਰ ਸੀਗੇ ਪਹਿਲਾਂ, ਤੇ ਫਿਰ ਉਹ ਆਉਂਦੇ ਜਾਂਦੇ 4-5 ਰਹਿੰਦੇ ਸੀਗੇ, 8-10 ਇਦਾਂ 5 ਤੋਂ 10 ਦੇ ਵਿੱਚ ਆਉਂਦੇ ਜਾਂਦੇ ਰਹੇ ਸੀ।
ਉਹ ਸਾਰੇ ਜੀ ਹੀ ਮਤਲਬ ਹੁਣ ਹੌਲੀ ਹੌਲੀ ਨਿਕਲਣਾ ਸਟਾਰਟ ਹੋ ਗਏ ਹੈ, ਕਿਉਂਕਿ ਜਿਹੜੇ ਪਿਛਲੇ ਵੀ ਜਿਹੜੇ ਅਟੈਕ ਹੋਏ ਆ, ਜਿਹੜੇ ਮੇਨ ਅਟੈਕ ਜਿਹੜੀ ਸਾਡੇ ਸਿੱਖਾਂ ਦੀ ਤੇ ਜਿਹੜੀ ਕਹਿ ਲਓ ਇੱਕ ਰੀੜ ਦੀ ਹੱਡੀ ਸੀ ਕਹਿ ਲਓ, ਜਿਹੜੀ ਹੂੰ 2018 ਦੇ ਵਿੱਚ ਹੋਇਆ, ਜਿਹੜਾ ਡੈਲੀਗੇਸ਼ਨ ਹੂੰ ਜਾ ਰਿਹਾ ਸੀਗਾ ਪ੍ਰੈਜ਼ੀਡੈਂਟ ਨਾਲ, ਅਸ਼ਰਫ ਗਨੀ ਨਾਲ ਗੱਲ ਕਰਨ, ਜੀ ਜਿਹਦੇ ਵਿੱਚ ਅਵਤਾਰ ਸਿੰਘ ਖਾਲਸਾ ਵੀ ਸ਼ਹੀਦ ਹੋ ਗਏ ਹੂੰ ਦੇ। ਉਹੀ ਇੱਕ ਸ਼ਖਸੀਅਤ ਸੀ ਕਿ ਉਹਦੇ ਨਾਲ ਦੇ ਜਿਹੜੇ ਜਿਹੜੇ ਸਿੰਘ ਸੀਗੇ, ਯੰਗ ਵੀ ਸੀਗੇ, ਉਹ ਸਭ ਤੋਂ ਵੱਡੇ ਵੀ ਸੀਗੇ, ਤੇ ਯੰਗ ਜਨਰੇਸ਼ਨ ਜਿਹੜੀ ਨਾਲ ਸਾਡੀ ਉਮਰ ਦੀ ਸੀਗੀ, ਉਹ ਵੀ ਨਾਲ ਉਹਨਾਂ ਦੇ ਤੁਰੇ ਸੀਗੇ। ਹੂੰ ਤੇ ਉਹ ਸਾਰੀ ਜਿਹੜਾ 13-14 ਬੰਦੇ ਜਿਹੜੇ ਉਦੋਂ ਸ਼ਹੀਦ ਹੋਏ, ਉਹਦਾ ਉਹ ਸਾਰੀ ਉਹ ਸਾਡੀ ਬੈਕਬੋਨ ਸੀਗੀ, ਰੀੜ ਦੀ ਹੱਡੀ ਸੀਗੀ। ਉਹ ਤੋਂ ਜੀ ਬਾਅਦ ਸਾਡਾ ਤੇ ਕੋਈ ਚਾਂਸ ਹੀ ਨਹੀਂ ਸੀਗਾ ਕਿ ਕੋਈ ਗੱਲ ਹੋਵੇ, ਜਾਂ ਕੋਈ ਸਾਡੇ ਲਈ ਕੋਈ ਅਗਲੇ ਕੋਈ ਸਰਕਾਰਾਂ ਦੇ ਨਾਲ ਕੋਈ ਗੱਲ ਕਰ ਸਕੇ, ਜਾਂ ਕੋਈ ਇੰਪੈਕਟ ਪਵੇ ਇੰਨਾ। ਹੁਣ ਜਿਹੜਾ ਨਰਿੰਦਰ ਸਿੰਘ ਖਾਲਸਾ ਦੀ ਵੀ ਗੱਲ ਚੱਲਦੀ ਜੀ, ਉਸ ਦੇ ਬਾਰੇ ਜੇ ਆਪਾਂ ਥੋੜੀ ਜਿਹੀ ਗੱਲ ਕਰੀਏ, ਜਿਹੜਾ 2018 ਦਾ ਅਟੈਕ ਸੀ, ਕੀ ਹਾਂਜੀ। ਉਹਦੀ ਖੁੱਲ ਕੇ ਕੋਈ ਤਾਲਿਬਾਨ ਨੇ ਰਿਸਪੌਂਸਿਬਿਲਿਟੀ ਲਈ ਸੀ ਵੀ ਕਿਉਂ ਅਸੀਂ ਇਹ ਕੀਤਾ, ਜਾਂ ਉਹ ਜੇ ਮਿਸਟਰੀ ਬਣਿਆ ਹੋਇਆ ਕਿ ਉਹ ਕਿਹਦੇ ਵੱਲੋਂ ਅਟੈਕ ਹੋਇਆ ਸੀ? ਮਿਸਟਰੀ ਬਣਿਆ ਭਾਈ ਸਾਹਿਬ ਜੀ। ਇਹ ਉਧਰ ਸਾਰਾ ਜਿਹੜੇ ਹੈਗੇ ਆ, ਪੋਲੀਟੀਕਲ ਸੀਗਾ, ਮੋਸਟਲੀ ਪੋਲੀਟੀਕਲ ਸੀਗਾ, ਕਿਉਂਕਿ ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਪਤਾ ਸੀਗਾ ਕਿ ਹੁਣ ਅਵਤਾਰ ਸਿੰਘ ਹੈ ਜਾਂ ਜਿਹੜੀ ਉਹਨਾਂ ਦੀ ਸਾਰੀ ਪਾਰਟੀ ਸੀਗੀ, ਤੇ ਇਹ ਸਟਰੋਂਗ ਹੈਗੇ ਨੇ, ਥੋੜੇ ਜਿਹੇ ਸਿੱਖ ਸਟਰੋਂਗ ਹੋਏ ਨੇ, ਤੇ ਲੋਇਆ ਜਿਰਗਾ ਵੀ ਜਾਣਗੇ, ਪਾਰਲੀਮੈਂਟ ਵਿੱਚ ਵੀ ਜਾਣਗੇ ਸਾਰੇ। ਤੇ ਉਸ ਜਦੋਂ ਜਾਣਗੇ ਤਾਂ ਜਿਵੇਂ ਸਾਡੀ ਸਿੱਖ ਕੌਮ ਹੈ ਸਰਬੱਤ ਦੇ ਭਲੇ ਵਾਸਤੇ ਕਰਦੀ, ਤਾਂ ਉਹ ਵੀ ਸਰਬੱਤ ਦੇ ਭਲੇ, ਸਾਰਿਆਂ ਦੇ ਭਲੇ ਵਾਸਤੇ ਹੀ ਉਹਨਾਂ ਨੇ ਗੱਲ ਉਤਾਰਨੀ ਚੁੱਕਣੀ ਸੀ। ਸੋ ਇਹ ਉਹਨਾਂ ਦਾ ਪੋਲੀਟੀਕਲ ਮੂਵ ਆ ਜਿਹੜਾ ਸਿੱਖਾਂ ਦਾ, ਉਹ ਕਿਹਨੂੰ ਸੂਟ ਨਹੀਂ ਸੀ ਕਰ ਰਿਹਾ? ਜੇ ਤੁਸੀਂ ਥੋੜਾ ਜਿਹਾ ਇਹਨੂੰ ਹੋਰ ਐਲੈਬੋਰੇਟ ਕਰ ਦੋ ਗੱਲ ਨੂੰ ਵੀ, ਜਾਂ ਕਿਸੇ ਨੂੰ ਕਿਹਨੂੰ ਫਾਇਦਾ ਦੇ ਰਿਹਾ ਸੀ ਇਹ ਅਟੈਕ? ਇਹ ਜਿਹੜੇ ਇਹ ਮੋਸਟਲੀ ਤੇ ਇਹਨਾਂ ਨੂੰ ਜਿਹੜੇ ਕਿ ਤਾਲਿਬਾਨ ਦਾ ਕਿਹਾ ਜਾਂਦਾ, ਪਹਿਲਾਂ ਤਾਲਿਬਾਨ ਦਾ ਹੁੰਦਾ ਕਿ ਜਿਹੜੇ ਵੀ ਉਸ ਸਰਕਾਰ ਦੇ ਨਾਲ ਉਸ ਮੌਜੂਦਾ ਟਾਈਮ ਤੇ ਗੱਲ ਕਰਦੇ ਸੀਗੇ ਨਾ, ਤਾਲਿਬਾਨ ਇੱਕ, ਕਿਉਂਕਿ ਉਹ ਅਪੋਜ਼ਿਟ ਤੇ ਰਿਹਾ, ਅਪੋਜ਼ਿਟ ਤੇ ਸੀ ਤਾਲਿਬਾਨ। ਜਿਵੇਂ ਕਿ ਹੁਣ ਨਾਰਦਰਨ ਅਲਾਈਅੰਸ ਜਿਹੜੀ ਕਹੀ ਜਾਂਦੀ ਹੈ, ਤੇ ਇਹਦੇ ਹੀ ਜਿਹੜੇ ਅਸ਼ਰਫ ਗਨੀ ਵੀ ਬੜੇ, ਜਿਹੜਾ ਅਮਰੀਕਾ ਨੇ ਬਣਾ ਕੇ ਬਿਠਾਏ ਆ ਸਾਰੇ, ਪੁਰਾਣਾ ਵੀ ਸੀਗਾ, ਇਹ ਸਾਰੀ ਨਾਰਦਰਨ ਅਲਾਈਅੰਸ ਚੋਂ ਹੀ ਨਿਕਲੇ ਆ, ਜਿਹੜੇ ਉਹਨਾਂ ਦੇ ਆਪਸ ਦੇ ਵਿੱਚ ਹੀ ਨਿਕਲੇ ਆ। ਉਹਨਾਂ ਦੀ ਜਿਹੜੀ ਦੂਜੀ ਵੱਡੀ ਧਿਰ ਉਹ ਤਾਲਿਬਾਨ ਹੈ। ਇਹ ਜਿਹੜਾ ਅਟੈਕ ਕਹਿੰਦਾ, ਇਹ ਕਈ ਕਹਿੰਦੇ ਕਿ ਆਈਸਿਸ ਨੇ ਕਰਾਇਆ, ਤੇ ਕਈ ਕਹਿੰਦੇ ਤਾਲਿਬਾਨ ਦਾ ਹੋਇਆ, ਤੇ ਤਾਲਿਬਾਨ ਕਹਿੰਦਾ ਜੀ ਕਲੇਮ ਨਹੀਂ ਲਿਆ, ਉਹਨਾਂ ਨੇ ਕਲੇਮ ਤੇ ਲਿਆ ਹੀ ਨਹੀਂ ਕਿਸੇ ਨੇ। ਹੁਣ ਇਹ ਇੱਕ ਮਿਸਟਰੀ ਬਣੀ ਹੋਈ ਹੈ ਕਿ ਇਹ ਕੀ ਹੋਇਆ ਅਸਲ ਦੇ ਵਿੱਚ, ਜਿਹੜੀ ਹੈਗੀ ਹੈ ਕਿ ਇਹ ਹੁਣ ਕੋਈ ਵੀ ਧਿਰ ਕਰ ਸਕਦੀ ਹੈ, ਇਹ ਤਾਲਿਬਾਨ ਵੀ ਕਰ ਸਕਦੀ ਹੈ। ਜੇ ਤਾਲਿਬਾਨ, ਮੈਨੂੰ ਇਹਦਾ ਲੱਗਦਾ ਕਿ ਜੇ ਤਾਲਿਬਾਨ ਕਰਦੀ ਹੈ ਤਾਂ ਸਿੱਧਾ ਕਹਿੰਦੀ ਹੈ ਜੀ। ਇਹ ਹੁਣ ਕਿੱਧਰੋਂ ਹੋਇਆ, ਕਿਵੇਂ ਹੋਇਆ, ਕੀ ਹੋਇਆ, ਇਹ ਤੇ ਅਕਾਲ ਪੁਰਖ ਹੀ ਜਾਂਦਾ, ਮਹਾਰਾਜ ਜੀ ਜਾਣਦੇ। ਲੇਕਿਨ ਇਹ ਜਿਹੜਾ ਹੋਇਆ, ਉਹਦੀ ਸਾਰਿਆਂ ਨੇ ਨਿੰਦਿਆ ਕੀਤੀ, ਲੇਕਿਨ ਉਹ ਪਤਾ ਨਹੀਂ ਲੱਗ ਪਾ ਰਿਹਾ ਕਿ ਹੋਇਆ ਕਿਵੇਂ, ਕਿਸਨੇ ਕੀਤਾ, ਫਾਇਦਾ ਕਿਹਨੂੰ ਦੇ ਕੇ ਗਿਆ, ਇਹ ਵੀ ਗੱਲ ਕਿਹਨੂੰ ਫਾਇਦਾ ਦੇ ਕੇ ਗਿਆ। ਹੁਣ ਦੇ ਅਲੱਗ-ਅਲੱਗ ਪੱਖ ਨੇ, ਅਲੱਗ-ਅਲੱਗ ਫਾਇਦੇ ਨੇ। ਇੱਥੇ ਹੁਣ ਉਸ ਟਾਈਮ ਮੇਰੇ ਖਿਆਲ ਹਿੰਦੁਸਤਾਨ ਦੇ ਵਿੱਚ ਵੀ ਮਸਲਾ ਭਖਿਆ ਹੋਇਆ ਸੀਗਾ ਜ਼ਿਆਦਾ, ਕੋਈ ਲਾਅ ਵਗੈਰਾ ਚੇਂਜ ਕਰਨ ਦੀ ਕਰਦੇ ਸੀਗੇ, ਜਾਂ ਕੀ ਕਰਦੇ ਸੀਗੇ, ਕਿਵੇਂ ਕਰਦੇ ਸੀਗੇ। ਹਾਂ, CAA ਜਿਹੜਾ ਹੈਗਾ ਜੀ, ਸਿਟੀਜ਼ਨ ਅਮੈਂਡਮੈਂਟ ਐਕਟ, ਉਹਨਾਂ ਦਾ ਕੋਈ ਚੱਲਦਾ ਨਹੀਂ। ਹਾਂ, ਉਹ ਵੀ ਕਾਰਨ ਵੀ ਸੀਗਾ, ਉਹ ਵੀ ਕਾਰਨ ਲੱਗਦਾ, ਉਹ ਵੀ ਹੋ ਸਕਦਾ ਹੈ ਕਿ ਉਹ ਕਾਰਨ ਦੇ ਵਜ੍ਹਾ, ਕਿਉਂਕਿ ਬਹੁਤ ਗਿਣਤੀ ਉੱਥੇ ਮੁਸਲਮਾਨ। ਇਸ ਨੂੰ ਦੇਖੀ ਆਪਾਂ ਸੁਰਬੀਰ ਸਿੰਘ ਜੀ, ਪਿਛਲੇ ਸਮਿਆਂ 'ਚ ਇਸ ਤਰ੍ਹਾਂ ਰਿਹਾਗਾ। ਚਿੱਠੀ ਸਿੰਘਪੁਰਾ ਦੇ ਵਿੱਚ ਜਦੋਂ ਬਹੁਤ ਸਾਰੇ ਸਿੰਘਾਂ ਨੂੰ ਕਤਲ ਕੀਤਾ ਗਿਆ, ਉਸ ਦਾ ਇਸ਼ਾਰਾ ਵੀ ਇੱਕ ਪੋਲੀਟੀਕਲ ਮੂਵ ਵੱਲ ਜਾਂਦਾ ਰਿਹਾ। ਹੁਣ ਤਾਂ ਬਹੁਤ ਸਾਰੇ ਸਬੂਤ ਵੀ ਸਾਹਮਣੇ ਆ ਗਏ ਨੇ, ਬਹੁਤ ਸਾਰੇ ਬੰਦਿਆਂ ਦੇ ਜਿਹੜੇ ਬਿਆਨ ਵੀ ਸਾਹਮਣੇ ਆ ਗਏ ਨੇ ਕਿ ਇਹ ਕਿਉਂ ਕਤਲੇਆਮ ਹੋਇਆ ਸੀ। ਸੋ ਇਹ ਭਾਵੇਂ ਕਿ ਅਜੇ ਮਿਸਟਰੀ ਬਣਿਆ ਹੋਇਆ, ਪਰ ਫਿਰ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਨੂੰ ਅਕਾਲ ਪੁਰਖ ਤੇ ਛੱਡ ਦੇਣਾ ਚਾਹੀਦਾ, ਤਾਂ ਸੱਚ ਕਦੇ ਨਾ ਕਦੇ ਜ਼ਰੂਰ ਸਾਹਮਣੇ ਆਊਗਾ ਜੀ, ਜ਼ਰੂਰ ਆਏਗਾ। ਹਾਂਜੀ, ਪਰ ਬਟ ਸਾਡਾ ਜਿਹੜਾ ਇੱਕ ਬੈਕਬੋਨ ਸੀ, ਜੋ ਤਰਨਜੀਤ ਸਿੰਘ ਨੇ ਕਿਹਾ, ਉਹ ਬਿਲਕੁਲ ਉਹਨਾਂ ਨੇ ਖਤਮ ਕਰਤਾ। ਉਸ ਤੋਂ ਬਾਅਦ ਫਿਰ ਕੁਝ ਰਿਹਾ ਹੀ ਨਹੀਂ। ਉਹਨਾਂ ਦੇ ਮੁੰਡਾ ਹੈ, ਲੜਕਾ ਹੈਗਾ ਉਹਨਾਂ ਦਾ, ਬਟ ਉਹਨਾਂ ਦੀ ਉਹ ਗੱਲਬਾਤ ਨਹੀਂ ਜੋ ਖੁਦ ਇੱਕ ਅਵਤਾਰ ਸਿੰਘ ਦੀ, ਕਿਉਂਕਿ ਉਹ ਉੱਥੇ ਦੇ ਉਹ ਵਸ ਗਏ ਸੀ ਅੰਦਰ ਹੀ, ਪੂਰੀ ਮੁਲਕ 'ਚ ਨਾ ਵਸੇ ਹੋਏ ਸੀ। ਉਹਨੂੰ ਪਤਾ ਸੀਗਾ ਕਿ ਕਿਹੜਾ ਕਾਮਨਵੈਲਥ ਸਾਰੇ ਹਮੇਸ਼ਾ ਹਰ ਜਗ੍ਹਾ ਦੁਖੀ ਹੁੰਦਾ, ਉੱਥੇ ਵੀ ਦੁਖੀ ਸੀਗਾ, ਤੇ ਵੈਸੇ ਹੀ ਦੁਖੀ ਸੀ। ਉਹਨਾਂ ਕੋਲ ਜਿਹੜੇ ਜਿੱਥੇ ਅਵਤਾਰ ਸਿੰਘ ਰਹਿੰਦੇ ਸੀਗੇ, ਤੇ ਜਿੱਥੇ ਸਾਡੇ ਜਲਾਲਾਬਾਦ ਦੇ ਜਿਹੜੇ ਮੈਂਬਰ ਸੀਗੇ, ਪੋਲੀਟੀਕਲ ਮੈਂਬਰ ਸੀਗੇ, ਕਾਮਨ ਜਨਤਾ ਜਿਹੜੀ ਨਾਲ ਦੀ ਸਾਰੀ ਸੀਗੀ,
ਉਹ ਬਹੁਤ ਖੁਸ਼ ਸੀਗੀ, ਭਾਵੇਂ ਮੁਸਲਮਾਨ ਹੈ ਭਾਵੇਂ ਕੋਈ ਵੀ, ਉਹ ਬਹੁਤ ਖੁਸ਼ ਸੀਗੀ। ਉਹਨਾਂ ਨੂੰ ਪਤਾ ਸੀਗਾ ਕਿ ਜੇ ਇਹ ਸਾਡੇ ਇਹ ਗੱਲ ਕਰਦੇ ਜਿਸ ਤਰ੍ਹਾਂ ਉਹ ਗੱਲ ਕਰਦੇ ਸੀ, ਆਉਂਦੇ ਸੀ, ਵਿਚਰਦੇ ਸੀ, ਬੈਠਦੇ ਸੀ ਸਾਡੇ ਦੇ ਨਾਲ ਵੀ, ਜੀ ਤੇ ਉਹ ਚਾਹੁੰਦੇ ਸੀ ਕਿ ਇਹ ਸਾਰੇ ਆਣ, ਇਹ ਸਾਰੇ ਜਿਹੜੇ ਹਨ ਇਹ ਪਾਰਲੀਮੈਂਟ ਦੇ ਜਾਣ, ਬੈਠਣ, ਕੁਝ ਕਰਨ, ਸਾਡੇ ਦੇਸ਼ ਦਾ ਕੁਝ ਸੁਧਾਰ ਹੋਵੇ, ਅੱਛਾ ਹੋਵੇ, ਸਾਰੇ ਰਹਿਣ ਉੱਥੇ, ਵਾਪਸ ਆ ਕੇ ਰਹਿਣ, ਕੰਮ ਕਰਨੀ ਸਭ ਭਟਕ ਗਏ, ਭਟਕ ਗਏ ਸਾਰੇ। ਹੁਣ ਜਿਹੜੇ ਇੰਡੀਆ ਵੀ ਗਏ ਨੇ ਕਿਤੇ, ਉਹ ਵੀ ਭਟਕੇ ਹੋਏ ਨੇ ਵਿਚਾਰੇ, ਕੀ ਕਰਨ, ਕਿੱਥੇ ਨੌਕਰੀਆਂ ਕਰਨ, ਕਿੰਨਾ ਕੁ ਕਰ ਲੈਣ, ਕੰਮ ਤਾਂ ਉੱਥੇ ਵੈਸੇ ਵੀ ਨਹੀਂ ਹੈਗਾ। ਤੇ ਉਸੇ ਉਹੀ ਗੱਲ ਪਹਿਲੇ ਵੀ ਅਸੀਂ ਕਰਦੇ ਸੀ, ਸੋਚਦੇ ਸੀ ਕਿ ਉਹ ਵੀ ਜਿਹੜੇ ਉਹਨਾਂ ਦਾ ਮੈਂਟਲੀ ਜਿਹੜੇ ਆ ਬਹੁਤ ਸਾਰੇ ਇਹ ਡਿਸਟਰਬ ਨੇ, ਸਾਡੇ ਲੋਕ ਬਹੁਤ ਡਿਸਟਰਬ ਹੋਏ ਕਿ ਜਾਨ ਨੋ ਮੈਂਸ ਲੈਂਡ ਹੈ, ਅਸੀਂ ਨੋ ਮੈਂਸ ਲੈਂਡ ਤੇ ਹਾਂ। ਇਸ ਤਰ੍ਹਾਂ ਜਿੱਦਾਂ ਮੇਰੀ ਮਾਤਾ ਜੀ ਨਾਲ ਮੇਰੀ ਗੱਲ ਹੁੰਦੀ ਸੀਗੀ ਇੰਗਲੈਂਡ ਨੂੰ, 2 ਦਿਨ ਪਹਿਲੇ ਵੀ ਗੱਲ ਹੋਈ, ਤੇ ਉਹ ਬਸ ਇਹੀ ਹਾਲਾਤ ਦੇ ਬਾਰੇ ਜਦ ਗੱਲ ਚੱਲਦੀ, ਉਹ ਕਹਿੰਦੇ ਆ ਪੁੱਤਰ ਕੀ ਕਰੀਏ, ਸਾਡੀ ਤੇ ਜ਼ਿੰਦਗੀ ਜਿੱਦਾਂ ਬਣ ਜਾ ਰਹੇ ਨੇ ਉਹਦੇ ਬਣ ਜਾ ਰਹੇ। ਕਦੇ ਇੱਕ ਜਗ੍ਹਾ ਤੋਂ ਕਾਬੁਲ ਤੋਂ ਕਿੱਥੇ ਗਏ, ਪਾਕਿਸਤਾਨ ਤੋਂ ਫਿਰ ਹਿੰਦੁਸਤਾਨ, ਹਿੰਦੁਸਤਾਨ ਤੋਂ ਫਿਰ ਉਧਰ ਵੀ ਘਰ ਬਣਾਏ, 2-2 ਮਹੀਨੇ 4-4 ਮਹੀਨੇ 8 ਮਹੀਨੇ ਸਾਲ ਲਏ, ਕਿਤੇ ਜਿੱਥੇ ਜਿੱਥੇ ਜਾਂਦੇ ਗਏ ਘਰ ਬਣਾਉਂਦੇ ਰਹੇ। ਤੇ ਜ਼ਿੰਦਗੀ ਏਦਾਂ ਹੀ ਹੈ ਲਾਈਫ, ਕਿਉਂਕਿ ਬਹੁਤ ਜ਼ਿਆਦਾ ਮੁਸ਼ਕਿਲ ਦੇ ਵਿੱਚ ਨਿਕਲੀ ਹੈ, ਕਿਉਂਕਿ ਉਸ ਜਿਹੜੇ ਵੀ ਅਟੈਕ ਹੋਏ ਨਾ ਭਾਈ ਸਾਹਿਬ ਜੀ, ਉਹਦੇ ਤੇ ਹਮੇਸ਼ਾ ਕੁਐਸਚਨ ਮਾਰਕ ਇਦਾਂ ਰਿਹਾ, ਕਿਉਂਕਿ ਜਿਹੜਾ ਉਹਨਾਂ ਦੇ ਜਿਹੜੇ ਸਿਸਟਮ ਨਾਲ ਹੋਇਆ, ਜੇਕਰ ਹੁਣ ਡੈਲੀਗੇਸ਼ਨ ਉਧਰ ਜਾ ਰਿਹਾ ਸੀਗਾ, ਜੇਕਰ ਡੈਲੀਗੇਸ਼ਨ ਜਾ ਰਿਹਾ ਹੈ ਤੇ ਡੈਲੀਗੇਸ਼ਨ ਇੱਕੋ ਵਾਰੀ ਟਾਈਮ ਦਿੱਤੇ ਹੋਏ ਤੇ ਜਾ ਕੇ ਮਿਲ ਰਿਹਾ, ਤੇ ਫਿਰ ਗੱਲ ਠੀਕ ਹੈ। ਜਿਵੇਂ ਕਿ ਉਹਨਾਂ ਨੂੰ ਜਿਸ ਸਮਾਂ ਤੇ ਬੁਲਾਇਆ ਗਿਆ, ਉਸ ਸਮੇਂ ਦੇ ਉੱਪਰ ਉਹਨਾਂ ਨੂੰ ਵਾਪਸ ਭੇਜਤਾ ਗਿਆ ਕਿ ਤੁਸੀਂ ਅਜੇ ਨਾ ਆਓ, ਤੁਸੀਂ ਇਸ ਸਮੇਂ ਥੋੜੀ ਦੇਰ ਬਾਅਦ ਆਓ, ਇਹਨੇ ਘੰਟੇ ਬਾਅਦ ਆਓ। ਅੱਛਾ ਜੀ। ਕਿ ਮੁਲਾਕਾਤ ਨਹੀਂ ਹੋਈ ਅਸ਼ਰਫ ਗਨੀ ਨਾਲ, ਜੀ ਵੱਡੇ ਉਹਨਾਂ ਨੇ ਮੁਲਾਕਾਤ, ਉਹਨਾਂ ਨੇ ਵਾਪਸ ਭੇਜਤਾ। ਹੁਣ ਵਾਪਸ ਦੇ ਕੇ ਤੁਸੀਂ ਇੰਨੇ ਵਜੇ ਆਓ। ਹੁਣ ਜਦੋਂ ਇੰਨੇ ਵਜੇ ਗਏ, ਹੁਣ ਸਭ ਨੂੰ ਜਦ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਉਹ ਇਹਨਾਂ ਨੇ ਵਜੇ ਫੇਰ ਇਹਨਾਂ ਨੇ ਆਉਣਾ ਵਾ, ਚਲੋ ਪਹਿਲੇ ਦਾ ਵੀ ਤੇ ਪਤਾ ਹੀ ਹੈ, ਪਹਿਲੇ ਤਾਂ ਇਹ ਨਹੀਂ ਸੀਗਾ ਪਤਾ ਕਿ ਇੰਨੇ ਵਜੇ ਆਉਣਾ, ਲੇਕਿਨ ਸਾਰੇ ਬੰਦੇ ਨੇ ਬਾਹਰ ਇਕੱਠੇ ਹੋਣਾ ਸੀਗਾ, ਉਧਰ ਜਿਨ੍ਹਾਂ ਨੇ ਵੀ ਜਿਹੜੇ ਡੈਲੀਗੇਸ਼ਨ ਨੇ ਜਿੱਦਾਂ ਆਉਣਾ ਸੀਗਾ, ਉਹਨਾਂ ਨੇ ਉਧਰ ਇਕੱਠਾ ਹੋਣਾ। ਹੁਣ ਇਹਨਾਂ ਨੇ ਬਾਅਦ ਹੀ ਦੱਸਤਾ ਕਿ ਫਿਰ ਉਹ ਵਾਪਸ ਨਹੀਂ ਗਏ, ਉਹਨਾਂ ਨੇ ਉਹਦੇ ਲਾਗੇ ਤਾਗੇ ਕਿਤੇ ਵੇਟ ਕੀਤੀ, ਜਿੰਨੀ ਕੁ ਦੇਰ, ਘੰਟਾ ਜਾਂ 2 ਘੰਟਾ ਜਿੰਨੀ ਵੀ ਦੇਰ, ਫਿਰ ਉਹਨੂੰ ਬਾਅਦ ਵਿੱਚ 2 ਘੰਟੇ ਬਾਅਦ ਜਾਂ 3 ਘੰਟੇ ਬਾਅਦ ਫਿਰ ਜਾ ਕੇ ਮਿਲੇ। ਉਹ ਜਦ ਉਸ ਰਾਤ ਦੇ ਵਿੱਚ ਹੀ ਫਿਦਾਈਨ ਵਰਾ ਹੋਇਆ, ਜਿੱਦਾਂ ਕਿ ਸੁਸਾਈਡ ਬੰਬਰ ਕਹਿ ਲਓ, ਫਿਦਾਈਨ ਕਹਿ ਲਓ, ਉਹ ਜਿਹੜਾ ਹੋਇਆ, ਉਹ ਅੰਦਰ ਕੁਝ ਵੀ ਨਹੀਂ ਗੱਲ ਹੋਈ। ਜਿਹੜੇ ਬੰਦੇ ਦੱਸਦੇ ਆ ਅੰਦਰ ਵੜੇ ਆ, ਅੰਦਰ ਵੜਦੇ ਹੀ ਮਤਲਬ ਇੱਕ ਬੰਦਾ ਏਦਾਂ ਹੀ ਚੜਿਆ ਬੱਸ ਦੇ, ਕਿਉਂਕਿ ਬੱਸ ਲੈ ਕੇ ਗਏ ਸੀਗੇ, ਅਗਲੀਆਂ ਪਿਛਲੀਆਂ ਗੱਡੀਆਂ ਵੀ ਸੀਗੀਆਂ, ਕੋਈ ਗੱਡੀਆਂ ਤੇ ਸੀਗੇ, ਇੱਕ ਬੱਸ ਦੇ, ਉਹ ਜਿਹੜੀ ਬੱਸ ਦੇ ਅੰਦਰ ਬੰਦਾ ਵੜਿਆ, ਮੇਨ ਬੱਸ ਦੇ ਜਿਹੜੇ ਬੰਦੇ ਬੈਠੇ ਸੀ, ਬਜ਼ੁਰਗ ਵੀ ਸੀਗੇ, ਅਵਤਾਰ ਸਿੰਘ ਸੀਗੇ, ਅੰਦਰ ਵੜਿਆ ਤੇ ਨਾਲ ਦੇ ਨਾਲ ਹੀ ਬਲਾਸਟ ਹੋ ਗਿਆ। ਬਸ ਪਤਾ ਹੀ ਇਹਨਾਂ ਹੀ 5 ਸੈਕਿੰਡ ਦੇ ਵਿੱਚ ਸਾਰੀ ਗੱਲ। ਹੁਣ ਸਾਰੇ ਉੱਤਰ ਹੋ ਗਿਆ, ਗੱਲਬਾਤ ਹੋ ਗਈ, ਸਭ ਕੁਝ ਪਤਾ ਲੱਗਾ। ਫਿਰ ਬਾਅਦ ਵਿੱਚ ਮੁੜ ਕੇ ਸਾਰਿਆਂ ਨੇ ਕਿਹਾ ਕਿ ਜਾਣਾ, ਨਿਕਲਣਾ ਚਾਹੀਦਾ, ਹੁਣ ਨਿਕਲੀਏ ਉਧਰੋਂ, ਏਦਾਂ ਕਰੀਏ, ਕਿਉਂਕਿ ਏਦਾਂ ਦੀ ਕੋਈ ਵੀ ਜਿਹੜੀ ਤੁਸੀਂ ਜਿਹੜੀ ਤਰਨਜੀਤ ਸਿੰਘ ਦੀ ਟਾਈਮ ਚੇਂਜ ਦੀ ਗੱਲ ਕਰਨ ਦੀ ਦੱਸੀ, ਇਹ ਇੱਕੋ ਦਿਨ ਦੀ ਗੱਲ ਆ, ਭਾਵ ਕਿ ਪਹਿਲਾਂ ਹੋਰ ਟਾਈਮ ਦਿੱਤਾ ਗਿਆ, ਫਿਰ ਹੋਰ ਟਾਈਮ ਦਿੱਤਾ ਗਿਆ। ਹਾਂਜੀ, ਇੱਕੋ ਦਿਨ ਦੀ ਗੱਲ ਹੈ। ਹੁਣ ਉਹ ਕਹਿੰਦੇ ਕਿ ਸਾਡੇ ਕੋਈ ਗੱਲ ਸੀਗੀ ਜਾਂ ਪੁਰਾਣੀ ਸਾਡੀ ਮੀਟਿੰਗ ਚੱਲ ਰਹੀ ਜਾਂ ਨਹੀਂ ਮਿਲ ਪਾ ਰਹੇ, ਉਹ ਆਪਣਾ ਐਕਸਕਿਊਜ਼ ਤੇ ਦੇ ਦਿੰਦੇ ਆ। ਹੁਣ ਸਾਡੇ ਮਨਾਂ ਦੇ ਵਿੱਚ ਤੇ ਵੀ ਸੀਗਾ, ਉਹ ਐਵੇਂ ਐਕਸਕਿਊਜ਼ ਦੇਤੀ ਉਹਨਾਂ ਨੇ। ਹਾਂ, ਕਿ ਹੁਣ ਸਾਡੇ ਮਨਾਂ ਦੇ ਵਿੱਚ ਤਾਂ ਇਹ ਗੱਲ ਹੈਗੀ ਹੈ ਕਿ ਉਹ ਕਿਉਂ ਹੋਇਆ ਸਾਡਾ। ਹੁਣ ਕਿਉਂ ਅਸੀਂ ਸੋਚਦੇ ਹਾਂ ਨਾ, ਕਿ ਮੈਂ ਹੁਣ ਇੱਧਰ ਬੈਠ ਕੇ ਸੋਚਦਾ, ਕਿਉਂਕਿ ਮੈਂ ਜਦੋਂ ਨਾਲ ਗੱਲ ਕੀਤਾ ਕਿ ਉਸ ਟਾਈਮ ਮਾਹੌਲ ਏਦਾਂ ਸੀਗਾ, ਕਿਉਂਕਿ ਜਦ ਇੰਗਲੈਂਡ ਤੋਂ ਵਾਪਸ ਹੋਇਆ ਸੀਗਾ, ਤੇ ਜਿਹੜੇ ਪਰਿਵਾਰ ਦੇ ਨਾਲ ਮੈਂ ਕਾਬੁਲ ਰਿਹਾ ਸੀਗਾ, ਜਿਹੜੇ ਅੰਕਲ ਦੇ ਨਾਲ ਮੈਂ ਰਿਹਾ ਸੀਗਾ, ਉਹਨਾਂ ਦਾ ਸਾਲੇ ਸਾਹਿਬ, ਉਹ ਯੰਗ ਉਮਰ ਦੇ, ਸਾਡੀ ਉਮਰ ਦੇ ਹੀ ਸੀਗੇ, ਤੇ ਉਹ ਉਸ ਬਲਾਸ ਦੇ ਵਿੱਚ ਗਏ ਜੀ। ਤੇ ਉਹਨਾਂ ਦੇ ਮਤਲਬ 2 ਛੋਟੇ ਬੱਚੇ ਸੀਗੇ ਉਹਨਾਂ ਦੇ, ਅਜੇ ਮੇਰੇ ਇੱਕ 3 ਸਾਲ ਦੀ ਬੇਟੀ ਸੀਗੀ, ਤੇ ਇੱਕ ਏਦਾਂ ਹੀ 4 ਸਾਲ ਦਾ ਸ਼ਾਇਦ ਬੇਟਾ ਸੀਗਾ, ਤੇ 3 ਸਾਲ ਦੀ ਬੇਟੀ ਸੀਗੀ, ਜਾਂ 2 ਸਾਲ ਦੀ। ਉਹ ਸ਼ਹੀਦ ਹੋਇਆ ਉਸ ਬਲਾਸਟ ਦੇ ਵਿੱਚ, ਉਹ ਸ਼ਹੀਦ ਬਲਾਸਟ ਦੇ ਵਿੱਚ ਸ਼ਹੀਦ ਹੋਇਆ। ਤੇ ਉਹਨਾਂ ਨੇ ਬੜਾ ਮਤਲਬ ਉਹਨਾਂ ਨੇ ਮੈਨੂੰ ਦੱਸੀ ਗੱਲਾਂ ਬਾਤਾਂ, ਕਹਿੰਦਾ ਬਹੁਤ ਮਤਲਬ ਬੈਰਾਗ ਹੀ ਚੱਲਦਾ ਰਿਹਾ ਬੜਾ ਟਾਈਮ, ਕਿਉਂਕਿ ਹੁਣ ਬਹੁਤ ਜਦ ਆਂਟੀ ਨਾਲ ਮੇਰੀ ਗੱਲ ਹੋਈ, ਤੇ ਉਹ ਵੀ ਬੜਾ ਕਹਿੰਦੇ ਸੀ, ਬੜਾ ਪਰੇਸ਼ਾਨ ਸੀਗੇ ਕਿ ਏਦਾਂ ਕਿਵੇਂ ਹੋ ਗਿਆ ਸਾਡੇ ਨਾਲ ਜੀ। ਤੇ ਇਹ ਸਭ ਕੁਐਸਚਨ ਮਾਰਕ ਲੱਗਦਾ ਇਸ ਗੱਲ ਤੇ, ਇੱਕ ਸਵਾਲੀਆ ਨਿਸ਼ਾਨ ਖੜਾ ਹੁੰਦਾ ਕਿ ਏਦਾਂ ਕਿਉਂ ਹੋਇਆ। ਇਸ ਦੇ ਬਾਰੇ ਉਸ ਸਮੇਂ ਦੀ ਜਿਹੜੀ ਗਵਰਨਮੈਂਟ ਸੀ, ਉਦੋਂ ਹਾਮਿਦ ਕਰਜ਼ਾਈ ਸੀ ਸ਼ਾਇਦ, ਹਨਾ? ਨਹੀਂ, ਅਸ਼ਰਫ ਗਨੀ ਸੀ। ਅਸ਼ਰਫ ਗਨੀ ਸੀ ਉਦੋਂ, ਠੀਕ। ਉਹਨਾਂ ਨੇ ਕੋਈ ਇਨਵੈਸਟੀਗੇਸ਼ਨ ਕਰਾਈ ਕੋਈ ਇਹਦੇ ਉੱਤੇ ਕਿ ਕਿਵੇਂ ਸਾਰਾ ਹੋਇਆ, ਜਾਂ ਕੋਈ ਨਿਕਲ ਕੇ ਆਈ, ਜਾਂ ਇਸ ਪਾਸੇ ਵੱਲ ਬਿਲਕੁਲ ਹੀ ਨਹੀਂ ਧਿਆਨ ਦਿੱਤਾ ਗਿਆ? ਬਿਲਕੁਲ ਨਹੀਂ ਗਏ। ਬਸ ਇਨਵੈਸਟੀਗੇਸ਼ਨ ਇਹ ਹੋਈ ਕਿ ਹਮਲਾ ਕਿਵੇਂ ਹੋਇਆ, ਕੀ ਹੋਇਆ, ਕਰਨ ਦੀ ਇਧਰ ਜਾਂਚ ਦੇ ਆਰਡਰ ਤੇ ਕੀਤੇ ਸੀਗੇ। ਓਬਵੀਅਸਲੀ ਕੋਈ ਇਦਾਂ ਦਾ ਹਾਦਸਾ ਹੁੰਦਾ ਤੇ ਆਰਡਰ ਕਰਨਗੇ।
ਆਰਡਰ ਵੀ ਨਾ ਦੇ ਬਰਾਬਰ ਜਿੱਦਾਂ ਹੋਇਆ, ਤੇ ਪਤਾ ਹੀ ਨਹੀਂ ਹੋਇਆ ਕਿ ਕੀ ਹੋਇਆ, ਕਿਵੇਂ ਹੋਇਆ। ਭਾਵ ਕਿ ਜਿਹੜੀ ਸਾਡੇ ਕੋਲ ਸਿਕਿਉਰਿਟੀ ਬ੍ਰੀਚ ਹੋਈ ਉਹਦੇ ਵਿੱਚੋਂ ਬਿਲਕੁਲ ਜਿੱਥੇ, ਜੀ। ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਅੱਗੇ ਪਿੱਛੇ ਗੱਡੀਆਂ ਸੀ ਉਹਨਾਂ ਦੇ ਹੋਰ ਸਿਕਿਉਰਿਟੀ ਵਾਲੀਆਂ, ਹਾਂਜੀ, ਹਾਂਜੀ, ਕਿਵੇਂ ਹਾਂਜੀ। ਬੰਦਾ ਇੱਕ ਬੱਸ ਦੇ ਵਿੱਚ ਆ ਕੇ ਚੜ ਜੇ ਅਨਨੋਨ ਪਰਸਨ, ਹਾਂ, ਜਿੱਥੇ ਇੱਕ ਬਹੁਤ ਡੈਲੀਕੇਟ ਮੀਟਿੰਗ ਹੋਵੇ, ਇੱਕ ਉਸ ਭਾਈਚਾਰੇ ਦੇ ਲੋਕ ਮਿਲ ਰਹੇ ਨੇ ਜਿਹੜੇ ਉੱਥੇ ਘੱਟ ਗਿਣਤੀ ਨੇ, ਉਹਦੇ ਹਾਂਜੀ, ਵਿੱਚ ਕੋਈ ਅਨਨੋਨ ਪਰਸਨ ਆ ਕੇ ਕਿਵੇਂ ਚੜ ਜਾਵੇ, ਵਾਕਈ। ਹਾਂਜੀ। ਅੱਗੇ ਪਿੱਛੇ ਜਿਹੜੀ ਗੱਡੀਆਂ ਸੀ ਨਾ ਭਾਈ ਸਾਹਿਬ ਜੀ, ਉਹ ਆਪਣੇ ਸਿੱਖਾਂ ਦੀ ਸੀਗੀਆਂ। ਜਿਹੜਾ ਡੈਲੀਗੇਸ਼ਨ ਜੀ। ਮੇਨ ਤੇ ਗੱਲ ਕਰਨ ਬੱਸ ਦੇ ਵਿੱਚ ਬੈਠਾ ਸੀਗਾ, ਅੱਗੇ ਪਿੱਛੇ ਆਪਣੇ ਜਿੱਦਾਂ ਦੀ ਅੱਗੇ ਪਰਸਨਲ ਪਿੱਛੇ ਗੱਡੀਆਂ ਸਿੱਖਾਂ ਸੀਗੀਆਂ। ਦੀਆਂ ਸੀ, ਸਿਕਿਉਰਿਟੀ ਦੀਆਂ ਨਹੀਂ ਸਿੱਖਾਂ ਸੀ। ਦੀ ਸਿਕਿਉਰਿਟੀ ਨਹੀਂ ਸੀ, ਆਪਣੇ ਸਿੱਖਾਂ ਦੀ ਜੀ। ਸੀਗੀਆਂ। ਲੇਕਿਨ ਹੁਣ ਉਹਨਾਂ ਨੂੰ ਕਿਵੇਂ ਸੀਗਾ ਪਤਾ ਕਿ ਡੈਲੀਗੇਸ਼ਨ ਸਾਰਾ ਬੱਸ ਦੇ ਵਿੱਚ ਹੀ ਹੈਗਾ, ਤੇ ਬੱਸ ਦੇ ਵਿੱਚ ਹੀ ਬੰਦੇ ਬੈਠੇ ਹੈਗੇ। ਹੁਣ ਇਹ ਇਨਕੁਆਇਰੀ ਗਈ ਹੈ ਜਾਂ ਕਿਵੇਂ ਹੋਇਆ, ਕੀ ਗੱਲ ਹੋਈ ਹੈ, ਇਹ ਬਸ ਕਿਉਂਕਿ ਸਾਡੀ ਤੇ ਗੱਲ ਇਦਾਂ ਕਿ ਭਾਈ ਸਾਹਿਬ ਜੀ, ਇਨਵੈਸਟੀਗੇਸ਼ਨ ਕਿੱਥੇ ਕਰੀਏ, ਕਿਹਨੂੰ ਕਹੀਏ। ਲਾਅ ਐਂਡ ਆਰਡਰ ਸ਼ੁਰੂ ਤੋਂ ਸਾਡੇ ਨਾਲ ਨਹੀਂ ਰਿਹਾ। ਜੇ ਲਿਆ ਹੁੰਦਾ ਜਾਂ ਕੋਈ ਲਾਅ ਆਰਡਰ ਹੁੰਦਾ, ਤੇ ਹਾਲਾਤ ਇਦਾਂ ਦੇ ਨਹੀਂ ਹੋਣੇ ਸੀਗੇ। ਭਾਵੇਂ ਉਹ ਕਿਸੇ ਦੀ ਵੀ ਸਰਕਾਰ ਹੋਵੇ, ਭਾਵੇਂ ਹਾਂ, ਉਹ ਕਿਸੇ ਦੀ ਵੀ, ਨਾਰਦਰਨ ਅਲਾਇੰਸ ਵਾਲਿਆਂ ਦੀ ਹੋਵੇ, ਚਾਹੇ ਤਾਲਿਬਾਨ ਦੀ ਬਿਲਕੁਲ ਹੋਵੇ। ਤਾਲਿਬਾਨ ਦੀ ਹੋਵੇ। ਕੋਈ ਸਾਡੇ ਨਾਲ ਬੇਵਿਸ਼ਵਾਸੀ ਤਾਂ ਹੀ ਹੈ, ਕਿਉਂਕਿ ਇਹਨਾਂ ਦੀ ਗੱਲ ਤੇ ਵਿਸ਼ਵਾਸ ਤਾਂ ਹੀ ਨਹੀਂ ਹੁੰਦਾ, ਕਿਉਂਕਿ ਕਹਿੰਦੇ ਕੁਛ ਹੈ, ਭਾਵੇਂ ਉਹਨਾਂ ਦੀ ਭਾਵਨਾ ਵੀ ਹੋਏ, ਥੱਲੋਂ ਬੰਦੇ ਕੀ ਕਰ ਜਾਣ, ਕਿਸੇ ਦਾ ਕੁਝ ਉਸਦੀ ਜਵਾਬਦੇਹੀ ਨਹੀਂ ਹੈ, ਅਕਾਊਂਟੇਬਿਲਟੀ ਨਹੀਂ ਜੀ। ਹੈ, ਬਿਲਕੁਲ ਜਵਾਬਦੇਹੀ ਕਿਸੇ ਦੀ ਵੀ ਨਹੀਂ ਹੈ ਜੀ। ਕਿ ਕੀ ਹੋਇਆ। ਉਹ ਬਸ ਕਹਿੰਦੇ ਹੋ ਠੀਕ ਹੈ, ਹੋ ਗਿਆ ਬਸ, ਠੀਕ ਹੈ, ਅਗਲੀ ਗੱਲ ਕਰੀਏ, ਹੁਣ ਅਗਲਾ ਕੀ ਕਰਨਾ, ਬਸ ਇਦਾਂ ਕਰ। ਸੁਰਵੀਰ ਸਿੰਘ ਜੀ, ਜੋ ਬਾਹਰੀ ਮੁਲਕਾਂ ਦੇ ਵਿੱਚ ਆਪਣੇ ਸਿੱਖ ਭੈਣ ਭਰਾ ਬੈਠੇ ਨੇ, ਉਹਨਾਂ ਨੂੰ ਐਜ ਸਿੱਖ ਭੈਣ ਭਰਾ ਦਰਦ ਜਾਗਦਾ ਅਫਗਾਨਿਸਤਾਨ ਦੇ ਸਿੱਖਾਂ ਦਾ। ਕੋਈ ਸਾਡੀ ਇਸ ਤਰ੍ਹਾਂ ਦੀ ਸਰਕਾਰ ਤਾਂ ਹੈ ਨਹੀਂ ਆ, ਕੋਈ ਆਜ਼ਾਦ ਦੇਸ਼ ਹੈ ਨਹੀਂ ਸਿੱਖਾਂ ਦਾ ਕਿ ਉਹ ਸਿੱਧੇ ਤੌਰ ਦੇ ਉੱਤੇ ਉੱਥੋਂ ਦੀ ਜਿਹੜੀ ਪਹਿਲੀ ਸਰਕਾਰ ਸੀ ਜਾਂ ਤਾਲਿਬਾਨ ਦੇ ਨਾਲ ਗੱਲ ਕਰ ਸਕਣ। ਪਰ ਬਹੁਤਿਆਂ ਦੀ ਇਹ ਇੱਛਾ ਹੁੰਦੀ ਆ, ਜਾਂ ਮੈਨੂੰ ਵੀ ਕੁਝ ਭੈਣ ਭਰਾਵਾਂ ਦੇ ਸੁਨੇਹੇ ਆਉਂਦੇ ਆ ਕਿ ਅਸੀਂ ਇੰਡੀਆ ਜਾਣ ਦੀ ਥਾਂ, ਭਾਵ ਕਿ ਜਿਹੜੇ ਸਾਡੇ ਅਫਗਾਨਿਸਤਾਨ ਦੇ ਭੈਣ ਭਰਾ ਨੇ ਵਸਦੇ, ਉਹਨਾਂ ਨੂੰ ਇੰਡੀਆ ਜਾਣ ਦੀ ਥਾਂ ਹੋਰ ਮੁਲਕਾਂ ਦੇ ਵਿੱਚ ਆਉਣਾ ਚਾਹੀਦਾ। ਅਸੀਂ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਤਿਆਰ ਹਾਂ, ਪਰ ਉਹਨਾਂ ਦਾ ਹੱਥ ਕਿਤੇ ਪੈਂਦਾ ਨਹੀਂ ਹੈ। ਸੋ ਇੰਡੀਆ ਜਾਣ ਤੋਂ ਕਿਉਂ ਰੋਕਦੇ ਨੇ? ਜਾਂ ਤੁਸੀਂ ਵੀ ਜਾ ਕੇ ਆਏ ਹੋ, ਜਾਂ ਤਰਨਜੀਤ ਸਿੰਘ ਤੁਸੀਂ ਵੀ ਇਹਦੇ ਵਿੱਚ ਬਾਅਦ ਦੇ ਵਿੱਚ ਗੱਲ ਐਡ ਕਰ ਦੇਣਾ। ਸੋ ਕੀ ਉੱਥੋਂ ਦੇ ਜਿਹੜੇ ਸਿੱਖਾਂ ਨਾਲ ਤੁਹਾਡੀ ਗੱਲ ਹੁੰਦੀ ਆ, ਉੱਥੇ ਉਹਨਾਂ ਨੂੰ ਜ਼ਿੰਦਗੀ ਵਧੀਆ ਨਹੀਂ ਮਿਲਦੀ ਇੰਡੀਆ ਦੇ ਵਿੱਚ ਜਾਂ ਦਿੱਲੀ ਦੇ ਵਿੱਚ? ਸੋ ਕੀ ਕਾਰਨ ਰਹਿੰਦੇ ਆ, ਉਹ ਬਾਹਰ ਕਿਉਂ ਨਹੀਂ ਆਉਂਦੇ? ਭਾਵ ਕੀ ਕਹਿਣ ਦਾ ਭਾਵ, ਹੋਰ ਮੁਲਕਾਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਜੇਕਰ ਉਹ ਜਾਣਾ ਵੀ ਚਾਹੁੰਦੇ ਆ, ਤੇ ਕਿਉਂ ਨਹੀਂ ਉਹਨਾਂ ਤੋਂ ਜਾਇਆ ਜਾਂਦਾ ਅਫਗਾਨਿਸਤਾਨ ਦੇ ਜਿਹੜੇ ਸਿੱਖ ਨੇ? ਤੁਸੀਂ ਇਹ ਤੇ ਥੋੜਾ ਜਿਹਾ ਰੋਸ਼ਨੀ ਪਾਓਗੇ? ਹੁਣ ਦੇਖੋ, ਜਿਵੇਂ ਮੈਂ ਆਸਟ੍ਰੇਲੀਆ ਆ ਗਿਆ ਤੇ ਤਰਨਜੀਤ ਸਿੰਘ ਆ ਗਏ, ਤੇ ਇਹਨਾਂ ਦਾ ਪਰਿਵਾਰ ਸਾਰਾ ਇੰਗਲੈਂਡ ਵੀ ਹੈਗਾ, ਤੇ ਇੱਕ ਲਾਈਫ ਦੀ ਸਿਕਿਉਰਿਟੀ ਕਾਫੀ ਜ਼ਿਆਦਾ ਹੱਦ ਤੱਕ ਸਾਨੂੰ ਮਿਲਦੀ ਹੈ ਕਿ ਇਹ ਤਾਂ ਸਾਰਾ ਕੁਝ ਹੈਗਾ ਸਾਡੇ ਵਾਸਤੇ, ਅਸੀਂ ਦੇਖਦੇ ਜੀ। ਐਵਰੀਥਿੰਗ। ਬਿਮਾਰ ਹੋ ਗਏ ਤਾਂ ਡਾਕਟਰ ਵੀ ਅਵੇਲੇਬਲ ਨੇ, ਮੈਡੀਕੇਅਰ ਨਾਲ ਤੁਹਾਨੂੰ ਸਹਾਇਤਾ ਦੇਣੀ, ਸਾਰਾ ਕੁਝ ਤੁਹਾਨੂੰ ਈਜ਼ੀ ਲਾਈਫ ਬਣਾ ਰਹੀ ਹੈ। ਕੰਮ ਕਰੋ, ਪੈਸੇ ਕਮਾਓ, ਜੇ ਤੁਹਾਡੀ ਮਿਹਨਤ ਕਰੋਗੇ ਉਸ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣਗੇ, ਉਹ ਤੁਸੀਂ ਉਸ ਨਾਲ ਆਪਣਾ ਘਰ ਪਰਿਵਾਰ ਸਾਰਾ ਕੁਝ ਲਓ। ਹੁਣ ਇੰਡੀਆ ਵੱਡਾ ਮੁਲਕ ਹੈ, ਅੱਛਾ ਮੁਲਕ ਹੈ, ਗੁਰੂਆਂ ਦੀ ਧਰਤੀ ਰਹੀ ਹੈ, ਸਾਡੀ ਗੁਰੂ ਦੀ ਧਰਤੀ ਹੀ ਹੈਗੀ ਹੈ ਜੀ। ਲੇਕਿਨ ਉੱਥੇ ਇੱਕ ਲਾਈਫ ਦੀ ਸਿਕਿਉਰਿਟੀ ਨਹੀਂ ਹੈ, ਕੰਮਕਾਰ ਤਾਂ ਹੈ ਹੀ ਨਹੀਂ। ਜਿਹੜੇ ਗਏ ਨੇ ਤੇ ਉੱਥੇ ਦੇ ਲੋਕ ਨੇ, ਉਹਨਾਂ ਦੇ ਖੁਦ ਉਹ ਜਿਹੜੇ ਪੁਰਾਣੇ ਗਏ ਨੇ, ਉਹਨਾਂ ਦੀ ਵੀ ਇਸ ਤਰ੍ਹਾਂ ਦੀ ਇੱਕ ਜਿਹੜੇ ਦਾ ਸੈਟਲ ਹੋ ਗਏ ਨੇ, ਜਿਹੜੇ ਨਹੀਂ ਹੋ ਪਾਏ, ਉੱਥੋਂ ਦਾ ਇੱਕ ਤਾਂ ਸਿਟੀਜ਼ਨਸ਼ਿਪ ਪ੍ਰੋਸੀਜਰ ਬਹੁਤ ਵੱਡਾ ਹੈ। ਪਤਾ ਨਹੀਂ 10 ਕੇ 15 ਸਾਲ, ਮੈਨੂੰ ਆਈਡੀਆ ਨਹੀਂ, 10 ਤੋਂ 15 ਸਾਲ ਦਾ ਕੁਝ ਪ੍ਰੋਸੀਜਰ ਹੈਗਾ, ਜਿੱਥੇ ਕਿ ਇਨਸਾਨ ਨੂੰ ਸਿਟੀਜ਼ਨਸ਼ਿਪ ਵਾਸਤੇ ਬਹਿਣਾ ਪੈਂਦਾ ਹੈ। ਤੇ ਜਦ ਤੱਕ ਤੁਹਾਡੇ ਕੋਲ ਸਿਟੀਜ਼ਨਸ਼ਿਪ ਨਾ ਹੋਵੇ ਜਾਂ ਤੁਹਾਡੇ ਪ੍ਰੋਪਰ ਡਾਕੂਮੈਂਟਸ ਹੋਣ, ਤੁਸੀਂ ਕੋਈ ਖੁੱਲ ਕੇ ਕੰਮ ਵੀ ਨਹੀਂ ਕਰ ਸਕਦੇ ਜੀ। ਇਸ ਗੱਲ ਦੀ ਬੜੀ ਪ੍ਰੋਬਲਮ ਹੈਗੀ। ਕੰਮ ਤਾਂ ਹੈ ਹੀ ਨਹੀਂ, ਕੰਮ ਤਾਂ ਉੱਥੇ ਹੈ ਹੀ ਨਹੀਂ, ਕੰਮ ਤਾਂ ਬਹੁਤ ਜ਼ਿਆਦਾ ਖਰਾਬ ਹੈ। ਤੇ ਲਾਈਫ ਵੀ ਉਸ ਤਰ੍ਹਾਂ ਦੀ ਨਹੀਂ ਹੈ ਕਿ ਜਿਸ ਤਰ੍ਹਾਂ ਸਾਨੂੰ ਚਾਹੀਦੀ ਕਿ ਅਸੀਂ ਚੀਜ਼ ਸਕੂਨ ਰਹੀਏ, ਲੜਾਈ ਜੰਗ ਤੋਂ ਬਾਅਦ ਜਿੱਥੇ ਜਾ ਕੇ ਕਿਤੇ ਆਰਾਮ ਨਾਲ ਜ਼ਿੰਦਗੀ ਬਿਤਾਈਏ, ਆਰਾਮ ਨਾਲ। ਚਲੋ ਦਿੱਲੀ ਜਾਂਦੇ, ਜਦ ਦਿੱਲੀ ਸਾਡੀ ਹੈਗੀ, ਬਟ ਦਿੱਲੀ ਵੀ ਰਹਿ ਰਹੇ ਨੇ, ਉਹ ਵੀ ਬਾਹਰ ਨੂੰ ਜਾਣਾ ਚਾਹੁੰਦੇ ਨੇ ਸਾਰੇ ਜੀ। ਜਿਵੇਂ ਮੈਂ ਆ ਗਿਆ, ਮੈਨੂੰ 10 ਮੇਰੇ ਦੋਸਤ ਨੇ, ਪਰਿਵਾਰ ਮਿੱਤਰ ਨੇ ਪੁੱਛਦੇ ਨੇ ਕਿੱਦਾਂ ਲਾਈਫ ਹੈ, ਮੈਂ ਕਹਿੰਦਾ ਲਾਈਫ ਬਹੁਤ ਸੋਹਣੀ ਹੈ ਤੇ ਬਹੁਤ ਅੱਛੀ ਹੈ, ਸਭ ਕੁਝ ਗੁਰੂ ਦੀ ਕਿਰਪਾ ਹੈ। ਅਸੀਂ ਆਪਣਾ ਗੁਰੂ ਘਰ ਵੀ ਜਾਂਦੇ ਹਾਂ, ਸਾਰਾ ਕੁਝ ਕਰਦੇ ਹਾਂ, ਆਪਣਾ ਸਾਰਾ ਕੁਝ ਕਰ ਸਕਦੇ ਹਾਂ ਓਪਨਲੀ, ਕੋਈ ਪ੍ਰੋਬਲਮ ਨਹੀਂ ਸਾਨੂੰ ਹੈਗੀ ਹੈ। ਜੀ। ਤੁਸੀਂ ਜਦੋਂ ਤੁਹਾਡੀ ਸਿੱਖਾਂ ਦੇ ਨਾਲ ਗੱਲ ਹੁੰਦੀ ਆ, ਤੁਸੀਂ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਕਿ
ਤੁਹਾਨੂੰ ਇੰਡੀਆ ਦੀ ਥਾਂ ਬਾਹਰੇ ਆਉਣਾ ਚਾਹੀਦਾ, ਭਾਵ ਕਿ ਹੋਰ ਮੁਲਕਾਂ ਦੇ ਵਿੱਚ ਜਾਣਾ ਚਾਹੀਦਾ, ਕਿ ਉਹਨਾਂ ਦੀ ਇੱਛਾ ਹੁੰਦੀ ਆ, ਉਹਨਾਂ ਨੂੰ ਕੋਈ ਔਕੜਾਂ ਆਉਂਦੀਆਂ ਉਹ ਇਸ ਕਰਕੇ ਨਹੀਂ ਜਾਂਦੇ, ਜਾਂ ਉਹ ਇੱਕ ਜਿਸ ਤਰ੍ਹਾਂ ਦੱਸਿਆ ਸੀ ਪਹਿਲਾਂ ਤਰਨਜੀਤ ਸਿੰਘ ਹੋਰਾਂ ਨੇ ਕਿ ਇੱਕ ਇਲੂਜਨ ਦੇ ਵਿੱਚ ਹੀ ਹੁੰਦੇ ਆ ਕਿ ਹਾਂ ਇੰਡੀਆ ਦੇ ਵਿੱਚ ਬਹੁਤ ਵਧੀਆ ਲਾਈਫ ਆ, ਉਹ ਉਸ ਕਰਕੇ ਚਲੇ ਜਾਂਦੇ ਨੇ। ਕਾਰਨ ਕੀ ਰਹਿੰਦੇ ਨੇ? ਤੁਸੀਂ ਹੁਣ ਵੀ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਇੰਡੀਆ ਨਾ ਜਾਓ, ਜਾਂ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤੁਹਾਡੀ ਉਹਨਾਂ ਨਾਲ? ਲੇਕਿਨ ਜੇ ਇੰਡੀਆ ਨਾ ਜਾਣ ਤਾਂ ਫਿਲਹਾਲ ਉਹਨਾਂ ਕੋਲ ਆਪਸ਼ਨ ਵੀ ਕੋਈ ਨਹੀਂ ਹੈਗਾ ਨਾ ਇਸ ਵੇਲੇ। ਆਪਸ਼ਨ ਕੋਈ ਨਹੀਂ, ਠੀਕ। ਜਾਂ ਤਾਂ ਪਾਕਿਸਤਾਨ ਹੈ, ਤੇ ਪਾਕਿਸਤਾਨ ਵੀ ਉਹੀ ਹਾਲਾਤ ਨੇ ਜਿਹੜੇ ਕਿ ਅਫਗਾਨਿਸਤਾਨ ਵਿੱਚ ਹਾਲਾਤ ਨੇ। ਦਿਖਦਾ ਨਹੀਂ, ਐਵੇਂ ਮੀਡੀਆ ਤਾਂ ਦਿਖਾਉਂਦਾ ਨਹੀਂ, ਲੇਕਿਨ ਦਿਖਦਾ ਵੀ ਨਹੀਂ। हाँ, इंडिया सेफ है उस मामले की, जान माल की तेरी सेफ्टी है, थोड़ा बहुत सेफ्टी रखते ने ਉਹ। ਲੇਕਿਨ ਉਹੀ ਗੱਲ ਜਿਹੜੀ ਤਰਨਜੀਤ ਸਿੰਘ ਕਹਿ ਰਹੇ ਨੇ ਕਿ ਇਲੂਜਨ ਬਣਿਆ ਹੈ, ਜਿਵੇਂ ਪਿਕਚਰਾਂ ਅਸੀਂ ਦੇਖਦੇ ਸੀ ਕਿ ਬਹੁਤ ਸੋਹਣਾ ਹੈ, ਐਵਰੀਥਿੰਗ ਇਜ਼ ਗੁੱਡ, ਫਾਈਨ ਹੈ, ਜਾਓ ਬਈ, ਲਾਈਫ ਫੈਂਟੈਸਟਿਕ ਲਾਈਫ ਹੈ, ਤੁਸੀਂ ਵੀ ਰਹੋ। ਬਟ ਇਦਾਂ ਹੈ ਨਹੀਂ ਉੱਥੇ, ਸੱਚਾਈ ਕੁਝ ਹੋਰ ਹੈ, ਗਰਾਊਂਡ ਲੈਵਲ ਤੇ ਸੱਚਾਈ ਕੁਝ ਹੋਰ ਰਹਿੰਦੀ ਹੈ ਉਧਰ ਦੀ। ਤੇ ਹਾਂ, ਮੇਰੇ ਨਾਲ ਮੈਂ ਹੁਣ ਤੋਂ ਨਹੀਂ, ਮੈਂ ਜਿੰਨੇ ਚਿਰ ਤੋਂ ਆਪਣੇ ਫਰੈਂਡਸ ਸਰਕਲ ਦੇ ਨਾਲ ਜਾਂ ਪਰਿਵਾਰ ਦੇ ਨਾਲ ਰਿਹਾ, ਤੇ ਮੈਨੂੰ ਜੋ ਵੀ ਪੁੱਛਦਾ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਇੱਥੇ ਆ ਜਾਓ, ਇੱਥੇ ਆ ਜਾਓ, ਇੱਥੇ ਪਨਾਹ ਲੈ ਲਓ ਸਾਰੇ ਆ ਕੇ। ਇੱਥੇ ਜ਼ਿੰਦਗੀ ਬਹੁਤ ਅੱਛੀ ਹੈ, ਲਾਈਫ ਵੀ ਅੱਛੀ ਹੈ। ਔਰ ਸਾਡੇ ਜਿਤਨੇ ਵੀ ਹੈ, ਦੇਖੋ ਪੜ੍ਹਾਈ ਲਿਖਾਈ ਤਾਂ ਕਿਸੇ ਨੇ ਨਹੀਂ ਕੀਤੀ, ਔਰ ਸਾਡਾ ਸਿੱਖੀ ਦਾ ਇਸ ਤਰ੍ਹਾਂ ਵੀ ਰਿਹਾ ਕਿ ਜੇ ਅਸੀਂ ਪਹਿਲੇ ਚਲੇ ਜਾਈਏ ਤਾਂ ਜਿਹੜੇ ਸਾਡੇ ਉਦੋਂ ਦੇ ਕਿੰਗ ਜ਼ਾਹਿਰ ਸ਼ਾਹ ਸੀ, ਉਹਨਾਂ ਦੇ ਵੀ ਸਿੱਖਾਂ ਨੂੰ ਇੱਕ ਉਹਦਾ ਸੀ ਕਿ ਇਹ ਬਿਜ਼ਨਸਮੈਨ ਹੈ ਸਾਰੇ, ਇਹ ਬਿਜ਼ਨਸ ਕਮਿਊਨਿਟੀ ਹੈ, ਜ਼ਬਰਦਸਤ ਬਿਜ਼ਨਸ ਕਮਿਊਨਿਟੀ ਹੈ ਸਾਡੀ ਸਿੱਖਾਂ ਦੀ। ਤੇ ਉਹ ਵੀ ਚਾਹੁੰਦੇ ਸੀ ਕਿ ਉਸ ਮੁਲਕ ਨੂੰ ਵਸਾਉਣ ਵਾਸਤੇ ਕਿ ਜੇ ਸਿੱਖ ਨਾ ਹੋਏਗਾ ਤੇ ਮੁਲਕ ਨਹੀਂ ਵਸ ਸਕਦਾ ਸੀ। ਉਹ ਇਹ ਕਿੰਗ ਜ਼ਾਹਿਰ ਸ਼ਾਹ ਦੇ ਵਰਡ ਸੀਗੇ ਉਸ ਜੀ, ਸਮਝਦੇ ਜੀ। ਲੇਕਿਨ ਰਾਜਾ ਕਹਿੰਦਾ ਇਹ ਗੱਲ ਤਾਂ ਫਿਰ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਕਮਿਊਨਿਟੀ ਵਾਸਤੇ। ਤੇ ਹੁਣ ਸਭ ਜਗ੍ਹਾ ਜੇ ਇੰਡੀਆ ਦਾ ਬਸ ਇਹੀ ਹੈ ਲਾਈਫ ਦਾ ਕਿ ਥੋੜਾ ਉੱਥੇ ਹਾਰਡ ਹੈ, ਕੰਮਕਾਰ ਹੈ ਨਹੀਂ ਇੰਨਾ ਜ਼ਿਆਦਾ। ਤੇ ਜਿਵੇਂ ਤੁਹਾਨੂੰ ਮੈਂ ਪਹਿਲੇ ਕਿਹਾ, ਇੱਥੋਂ ਤਾਂ ਇਹੀ ਸਮਝ ਆ ਰਹੀ ਹੈ ਕਿ ਜੇਕਰ ਇੰਡੀਆ ਦੇ ਵਿੱਚ 15-15 ਸਾਲ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਂਦੀ ਅਤੇ ਉਹ ਲਿਜਾ ਕੇ ਇਧਰੋਂ ਲੋਕਾਂ ਨੂੰ ਖੁਆਰ ਕਰਦੇ ਆ, ਫਿਰ ਤਾਂ ਉਹ ਆਪਣੇ ਸਿਰਫ ਜਿਹੜਾ ਉਹ CAA ਵਾਲਾ ਏਜੰਡਾ ਉਹਨਾਂ ਦਾ, ਉਹਨੂੰ ਜਸਟੀਫਾਈ ਕਰਨ ਲਈ ਹੀ ਲੈ ਕੇ ਜਾਂਦੇ ਨੇ। ਫਿਰ ਤਾਂ ਇਹੀ ਸਮਝ ਆ ਰਹੀ ਹੈ। ਜੀ, ਇਹ ਤਾਂ ਸਾਰਾ ਪੋਲੀਟੀਕਲ ਹੈ। ਬਾਕੀ ਤਰਨਜੀਤ ਸਿੰਘ ਨਾਲ ਵੀ ਪਿੱਛੇ ਗੱਲ ਕਰਦਾ ਸੀ ਤਾਂ ਇਹ ਮੈਨੂੰ ਸਾਰੀ ਗੱਲਾਂ ਹੀ ਦੱਸਦੇ ਸੀਗੇ। ਥੋੜੀ ਜਿਹੀ ਵਿਚਰਦੇ ਜ਼ਿਆਦਾ, ਮੇਰੇ ਤੋਂ ਜ਼ਿਆਦਾ ਥੋੜਾ ਵਿਚਰਦੇ ਨੇ ਜ਼ਿਆਦਾ, ਤੇ ਥੋੜਾ ਜ਼ਿਆਦਾ ਉਹ ਰਹਿੰਦੀ ਹੈ। ਮੈਂ ਇਹਨਾਂ ਵਿਚਰਦਾ ਨਹੀਂ। ਇਸ ਦੇ ਵਿੱਚ ਮੈਂ ਗੱਲ ਐਡ ਕਰਨੀ ਚਾਹਾਂਗਾ, ਜ਼ਰੂਰ ਐਡ ਕਰਨੀ ਚਾਹਾਂਗਾ। ਜਿਹੜਾ ਸਭ ਤੋਂ ਵੱਡਾ ਰੀਜ਼ਨ ਹੈ ਭਾਈ ਸਾਹਿਬ ਜੀ, ਉਹ ਹੈਗਾ ਫਾਈਨੈਂਸ਼ੀਅਲ ਜਿਹੜਾ ਹੈਗਾ ਨਾ ਆਪਣਾ ਸਿਸਟਮ ਜੀ। ਕਿਉਂਕਿ ਉਧਰ ਦੇ ਜਿਹੜੇ ਹੁਣ ਸਿੱਖ ਜਿਹੜੇ ਆ ਰਹੇ ਨੇ, ਰਹਿ ਗਏ ਨੇ ਇੱਕ ਅੱਧੇ ਨੂੰ ਛੱਡ ਕੇ, ਜਿਹੜੇ ਤੇ ਵੱਡੀਆਂ ਜਿਵੇਂ MP ਬਣੇ ਹੋਏ, ਜਿਵੇਂ ਨਰਿੰਦਰ ਸਿੰਘ ਖਾਲਸਾ ਦੀ ਵੀ ਗੱਲ ਚੱਲਦੀ ਸੀਗੀ, ਸ਼ਾਇਦ ਆਪਣੀ ਗੱਲ ਹੋਈ ਸੀਗੀ ਨਾ, ਉਹਨਾਂ ਦੇ ਬਾਰੇ ਵੀ ਕਿਹਾ ਜਾਂਦਾ ਕਿ ਉਹ ਏਦਾਂ ਉਹਨਾਂ ਦਾ ਸਿਸਟਮ ਅਰਬਾਪਤੀ ਹੈਗਾ। ਤੇ ਕਿਉਂਕਿ ਅਰਬਾਪਤੀ ਏਦਾਂ ਹੋ ਗਿਆ ਕਿ ਜਿੱਦਾਂ ਹੁਣ ਪੁਰਾਣੇ ਘਰ ਸੀਗੇ, ਉਹਨਾਂ ਦੇ ਪ੍ਰਾਪਰਟੀਆਂ ਦਾ ਰੇਟ ਜਿੱਦਾਂ ਕਿ ਪਹਿਲੇ ਕਿੰਨੇ ਸੀਗੇ, ਹੁਣ ਜ਼ਿਆਦਾ ਹੋ ਗਏ, ਯਕਦਮ ਹੀ ਜੰਪ ਕਰਦੇ ਹੈ, ਸਪਾਈਕ ਹੋ ਜਾਂਦੇ ਹੈ। ਫਿਰ ਉਹ ਹੁਣ ਜਿੱਦਾਂ ਤਾਲਿਬਾਨ ਆ ਰਹੇ, ਲੋਕਾਂ ਦੀ ਬੇਵਿਸ਼ਵਾਸੀ ਹੈ, ਤੇ ਮੁੜ ਕੇ ਉਹ ਵੀ ਹੁਣ ਹੌਲੀ ਹੌਲੀ ਘਟ ਜਾਣਗੇ ਫਿਰ ਫਿਲਹਾਲ ਦੀ ਘੜੀ ਦੇ। ਤੇ ਸਭ ਤੋਂ ਪਹਿਲਾ ਰੀਜ਼ਨ ਇਹ ਹੈ ਫਾਈਨੈਂਸ਼ੀਅਲ। ਜਿਹੜੇ ਲੋਕ ਰਹਿ ਗਏ ਹੈ ਉਹ ਏਡੀ ਉਹਦੇ ਕੋਲ ਸ਼ਬਦਾਂ ਨਹੀਂ ਹੈ ਕਿ ਉਹ ਵੱਡੀ ਜਗ੍ਹਾ ਤੇ ਜਾ ਸਕਦੇ ਅੰਟਿਲ ਉਹਨਾਂ ਨੂੰ ਕੋਈ ਹੈਲਪ ਨਾ ਕਰੇ, ਕੋਈ ਮਦਦ ਨਾ ਕਰੇ। ਜਿਹਦੀ ਕੋਈ ਸੰਸਥਾ ਮਦਦ ਕਰਦੀ ਹੈ ਤੇ ਉਹ ਜਾ ਸਕਦੇ ਹੈ, ਨਹੀਂ ਤੇ ਇੱਕਾ ਦੁੱਕਾ ਜਿਹਨਾਂ ਕੋਲ ਜਾਂ ਬੈਕ ਸਪੋਰਟ ਹੈ ਜਾਂ ਫੈਮਿਲੀ ਜਾਂ ਕਮਿਊਨਿਟੀ ਸਪੋਰਟ ਹੈ, ਜਿਹੜੇ ਆਲਰੇਡੀ, ਕਿਉਂਕਿ ਦਾਸ ਦੀ ਜਦ ਅਸੀਂ ਸ਼ੁਰੂ ਚ ਗਏ ਸੀ ਤੇ ਚਲੋ ਉਧਰ ਸਟਾਰਟਿੰਗ ਹੀ ਸੀਗਾ ਸਾਡਾ, ਕਿਉਂਕਿ ਪਹਿਲਾ ਜਿਹੜਾ ਪਰਿਵਾਰ ਹੈ ਉਹ 97 ਦੇ ਵਿੱਚ ਗਿਆ ਸੀਗਾ, 97 ਦੇ ਵਿੱਚ ਜੀ, ਇੰਗਲੈਂਡ ਦੇ ਵਿੱਚ ਜੀ। UK ਦੇ ਵਿੱਚ ਅਫਗਾਨੀ ਜਿਹੜਾ ਸਿੱਖ ਗਿਆ ਸੀਗਾ ਪਹਿਲਾਂ, ਉਹ 97 ਦੇ ਵਿੱਚ ਗਿਆ ਸੀਗਾ ਸਭ ਤੋਂ ਪਹਿਲੇ। ਜਿਹੜੇ ਪਰਿਵਾਰ ਫੈਮਿਲੀ 2-3 ਪਰਿਵਾਰਾਂ ਦੇ ਵਿੱਚੋਂ ਉਹਦੇ ਵਿੱਚ ਕਰੋ ਸਾਡੀ ਰਿਸ਼ਤੇਦਾਰੀ ਚ ਲੱਗਦੇ ਇਹ ਪਰਿਵਾਰ। ਮਤਲਬ ਹੁਣ ਦਾਸ ਦੀ ਜੇ ਕਹਿੰਦੇ, ਕਿਉਂਕਿ ਪਰਿਵਾਰਿਕ ਏਦਾਂ ਹੈ ਕਿ ਰਿਲੇਸ਼ਨ ਹੈਗੇ ਆ ਤੇ ਫਾਈਨੈਂਸ਼ਲੀ ਤੁਹਾਨੂੰ ਹੈਲਪ ਕਰ ਸਕਦੇ ਆ। ਫਾਈਨੈਂਸ ਵੱਲੋਂ ਜੇ ਤੁਸੀਂ ਬਾਹਰ ਜਾਣਾ ਚਾਹੋ, ਹਰ ਇੱਕ ਨੂੰ ਬਾਹਰ ਜਾਣਾ, ਤਾਂ ਇਹ ਪਹਿਲਾ ਰੀਜ਼ਨ ਹੈ। ਫਾਈਨੈਂਸ ਦੀ ਬਹੁਤ ਪ੍ਰੋਬਲਮ ਹੈ। ਇੰਡੀਆ ਜਿਹੜੀ ਹੈਗੀ ਉਹ ਆਪਸ਼ਨ ਚੀਪ ਹੈਗੀ ਹੈ ਜਾਣਾ, ਇਸ ਲਈ ਕਿਉਂਕਿ ਐਡ ਜਿਵੇਂ ਉਧਰ ਪਹੁੰਚਣਾ, ਜਿਵੇਂ ਕਿ ਵੀਜ਼ਾ ਦੀ, ਪਾਸਪੋਰਟ ਦੀ, ਟਿਕਟ ਦੀ ਸਾਰਾ 50,000 ਦੇ ਵਿੱਚ ਕੰਮ ਹੋ ਜਾਂਦਾ ਟਿਕਟ ਨਾ, ਉਹ ਏਦਾਂ। ਔਰ ਜੇ ਬਾਹਰ ਜਾਣਾ ਚਾਹੁੰਦਾ, ਤੁਹਾਨੂੰ ਪਤਾ ਬਾਹਰ ਆਉਣ ਲਈ ਤੇ ਬਹੁਤ ਜ਼ਿਆਦਾ ਮਿਹਨਤ ਹੈ, ਕਿਉਂਕਿ ਡਾਇਰੈਕਟ ਤੁਸੀਂ ਵੀਜ਼ੇ ਵੀ ਨਹੀਂ ਕਰ ਸਕਦੇ, ਤੁਹਾਡਾ ਕੋਈ ਏਦਾਂ ਕੋਈ ਡਾਇਰੈਕਟ ਡਿਪਲੋਮੈਟਿਕ ਚੈਨਲ ਹੀ ਨਹੀਂ ਹੈ ਕਿ ਤੁਸੀਂ ਜਾ ਸਕਦੇ ਹੈ, ਕੋਈ ਏਦਾਂ ਦਾ ਚੈਨਲ ਨਹੀਂ ਹੈ। ਅੱਜ ਤਾਂ ਤੁਸੀਂ ਏਜੰਟ ਦੇ ਥਰੂ ਜਾਓ, ਅੱਜ ਤਾਂ ਤੁਸੀਂ ਸਟੂਡੈਂਟ ਵੀਜ਼ਾ ਜਾਓ। ਸਟੂਡੈਂਟ ਤੇ ਜੇ ਹੋਊਗਾ ਤੇ ਪਾਸਪੋਰਟ ਨਹੀਂ ਬਣਾ ਸਕਦੇ ਅਸੀਂ ਆਪਣੀ,
ਆਬਵੀਅਸਲੀ ਇਹ ਪਹਿਲਾ ਇਹਦਾ ਸੋ ਜਿਸ ਤਰ੍ਹਾਂ ਦੂਜਾ ਤੁਸੀਂ ਦੱਸਿਆ ਕਿ ਪਾਸਪੋਰਟ ਹੀ ਕਾਫੀ ਵੱਡੀ ਸਮੱਸਿਆ ਹੁੰਦਾ ਉੱਥੇ ਬਣਦਾ। ਸਮੱਸਿਆ ਹੁੰਦਾ ਹੈ ਜੀ, ਬਿਲਕੁਲ ਹਮ। ਪਾਸਪੋਰਟ ਹੀ ਸਭ ਤੋਂ ਵੱਡੀ ਤੇ ਸਮੱਸਿਆ। ਫਿਰ ਪਾਸਪੋਰਟ ਦਾ ਸਵਾਲ ਹੀ ਨਹੀਂ ਪੈਂਦਾ ਕਿ ਪਾਸਪੋਰਟ ਬਣ ਜਾਏਗਾ ਤੁਹਾਡਾ, ਤੇ ਜੀ ਤੁਸੀਂ ਉਸੀ ਟਰੈਵਲ ਡਾਕੂਮੈਂਟ ਵਿੱਚ ਹੀ ਹੋ ਉੱਥੇ ਦੇ, ਉੱਥੇ ਤੁਸੀਂ ਜਾਂਦੇ ਖੁਰਜੀ ਲੈਂਦੇ ਜਿਹੜੀ ਕਿ ਤੁਹਾਡੀ ਖੁਰਜੀ ਅਸੀਂ ਕਹਿੰਦੇ ਹਾਂ ਕਿ ਵੀਜ਼ਾ ਐਕਸਟੈਂਸ਼ਨ ਵੀਜ਼ਾ ਐਕਸਟੈਂਸ਼ਨ, ਹਾਂਜੀ ਉਹੀ ਹਾਂਜੀ, ਲਈ ਹਾਂਜੀ। ਜਾਂਦੇ ਬਸ ਉਹਨਾਂ ਤੇ ਪਾਸਪੋਰਟ ਦਾ ਕੋਈ ਅਫਗਾਨੀ ਹੈ ਉਸ ਤੁਸੀਂ ਜਾ ਨਹੀਂ ਸਕਦੇ। ਉਹ ਜਿੰਨੇ ਕੰਮ ਕਰਾਉਣਾ ਫਿਰ ਉਹਨੇ ਪੈਸੇ ਵੀ ਉਸੇ ਹਿਸਾਬ ਨਾਲ ਲੈਣੇ, ਤੇ ਪੈਸੇ ਦੀ ਪ੍ਰੋਬਲਮ ਸਭ ਤੋਂ ਵੱਡੀ ਉੱਤੇ ਹੀ ਹੈ ਕਿ ਬਈ ਕੰਮਕਾਰ ਹੈ ਕੰਮ ਹੈ ਨਹੀਂ, ਸੇਫਟੀ ਹੈ ਨਹੀਂ, ਕੰਮ ਹੈ ਨਹੀਂ। ਜਿਹੜੇ ਪੁਰਾਣੇ ਸੈਟਲ ਨੇ ਉਹ ਆਪਣਾ ਉਹਨਾਂ ਦਾ ਕੰਮਕਾਰ, ਚਲੋ ਜਿਨ੍ਹਾਂ ਦੇ ਹੈਗੇ ਆ 20 ਸਾਲ 25 30 ਸਾਲ ਪੁਰਾਣੇ ਜਿਹੜੇ ਹੈਗੇ ਆ, ਉਹਨਾਂ ਹਰ ਇੱਕ ਬੰਦੇ ਨੂੰ ਇਹੀ ਪ੍ਰੋਬਲਮ ਹੈ। ਜਿਹੜਾ ਸਿਸਟਮ ਹੈ ਨਾ, ਸਿਸਟਮ ਉਹਦੇ ਨਾਲ ਪ੍ਰੋਬਲਮ ਹੈ। ਅਫਗਾਨਿਸਤਾਨ ਦੇ ਸਿਸਟਮ ਹੈ ਸਿੱਧਾ ਮਾਰਨ ਵਾਲਾ, ਕਿ ਤੂੰ ਜਾਂ ਤੇ ਸਾਡੇ ਧਰਮ ਵਿੱਚ ਆ ਜਾ, ਏਜੰਡਾ ਇਹੀ ਹੈ ਕਿ ਤੂੰ ਮੁਸਲਮਾਨ ਹੋ ਜਾ, ਸਾਡੇ ਧਰਮ ਵਿੱਚ ਆ ਜਾ, ਕੋਈ ਗੱਲ ਨਹੀਂ ਹੈ। ਫਿਰ ਦੂਜੀ ਗੱਲ ਤੇ ਇਹ ਸੋਚੀ ਕਿ ਜਿਹੜੇ ਮੁਸਲਮਾਨ ਹੈ ਫਿਰ ਉਹ ਕਿਉਂ ਤੰਗ ਨੇ ਜੇ ਇਦਾਂ ਦੀ ਗੱਲ ਹੈ ਤਾਂ। ਜੀ ਸਾਡੇ ਲਈ ਤਾਂ ਇਹੀ ਮਸਲਾ ਹੱਲ ਹੈ ਕਿ ਮਸਲੇ ਦੀ ਪ੍ਰੋਬਲਮ ਇਹੀ ਹੈ। ਉਧਰ ਜੇ ਜਾਂਦੇ ਆ ਆਪਣਾ ਹਿੰਦੁਸਤਾਨ ਦੇ ਵਿੱਚ, ਉੱਥੇ ਵੀ ਇਹੀ ਏਜੰਡਾ ਹੈ ਕਿ ਡਿਫਰੈਂਟ ਤਰੀਕਾ ਹੈ। ਪਰੇਸ਼ਾਨੀਆਂ ਦੇ ਵਿੱਚ ਤੁਹਾਨੂੰ ਇੰਨਾ ਹੋ ਜਾਂਦਾ ਕਿ ਤੁਸੀਂ ਕਹਿੰਦੇ ਮੇਰੇ ਕੋਲ ਹੋਰ ਰਾਹ ਹੀ ਨਹੀਂ, ਮੈਂ ਕਰਾਂ ਤੇ ਕਰਾਂਗੀ। ਸਿਟੀਜ਼ਨਸ਼ਿਪ, ਤੁਹਾਡੀ ਸਿਟੀਜ਼ਨਸ਼ਿਪ ਬਹੁਤ ਔਖੀ ਹੈ। ਉਹ ਸਿਸਟਮ ਤੁਹਾਡਾ ਬਹੁਤ ਔਖਾ ਹੈ। 10 12 ਸਾਲ ਚੱਲਦਾ ਸਿਸਟਮ। ਹੁਣ ਚਾਚਾ ਜੀ ਨਾਲ ਮੈਂ ਕੱਲ ਗੱਲ ਕਰਦਾ ਸੀਗਾ, ਮੈਂ ਕਿਹਾ ਚਾਚਾ ਜੀ ਪਿੱਛੇ ਤੇ ਕੇਸ ਬੜੇ ਪੈਂਡਿੰਗ ਸੀ, ਕੀ ਹੋਇਆ? ਕਹਿੰਦਾ ਕਰੋਨਾ ਤੋਂ ਪਹਿਲੇ ਥੋੜਾ ਜਿਹਾ ਫਾਸਟ ਟਰੈਕ ਤੇ ਪ੍ਰੋਸੈਸ ਕੀਤਾ ਸੀਗਾ, ਲੇਕਿਨ ਹੁਣ ਫਿਰ ਤੋਂ ਕਰੋਨਾ ਤੋਂ ਬਾਅਦ ਕੋਈ ਕੇਸ ਹੀ ਨਹੀਂ ਹੋਇਆ ਤੇ ਇਦਾਂ ਕੋਈ ਗੱਲ ਹੀ ਨਹੀਂ ਹੋਈ। ਲੋਕੀ ਫਿਰ ਵੀ ਅੱਜ ਦੀ ਡੇਟ ਵਿੱਚ ਵੀ ਲੋਕੀ ਜਾ ਰਹੇ ਹੈ, ਬਾਹਰ ਨੂੰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੈ, ਕਿਉਂਕਿ ਇੰਗਲੈਂਡ ਦੇ ਵਿੱਚ ਹੀ ਉਹਨੂੰ ਲੱਗਦਾ ਕਿ ਪ੍ਰੋਪਰ ਜਿੱਦਾਂ ਕਹਿ ਲਓ। ਉਹਦਾ ਰੀਜ਼ਨ ਇਹ ਹੈ ਕਿ ਸਿਟੀਜ਼ਨਸ਼ਿਪ ਦਾ ਸਿਸਟਮ ਵੀ ਹੈਗਾ, ਜਿਹੜਾ ਨਾਰਮਲ ਸਿਸਟਮ ਹੈ ਹਿੰਦੁਸਤਾਨ ਦਾ, ਉਹ ਵੀ ਸਾਨੂੰ ਸਹੀ ਨਹੀਂ ਹੈ ਸਾਡੇ ਲਈ, ਕਿਉਂਕਿ ਤੁਹਾਡੀ ਸਾਰੀ ਜ਼ਿੰਦਗੀ ਇਹਦੇ 'ਚ ਨਿਕਲ ਰਹੀ। ਹੁਣ ਮੈਂ ਨੀਅਰਲੀ 40 ਇਅਰਸ ਦਾ ਹੋ ਗਿਆ, 40 ਸਾਲ ਦਾ, ਹਾਲੇ ਤੱਕ ਮੈਂ ਆਪਣੇ ਬੇਟੇ ਨਾਲ ਹੱਸਦਾ, ਉਹ 8 9 ਸਾਲ ਦੇ ਇੱਥੇ ਪੈਦਾ ਹੋਇਆ ਤੇ ਉਹ ਏਦਾਂ ਪੈਦਾ ਹੋਇਆ, ਤੇ ਉਹਨੂੰ ਮੈਂ ਕਹਿੰਦਾ ਤਾਂ, ਉਹ ਕਹਿੰਦਾ, ਮੈਂ ਕਿਹਾ ਪੁੱਤਰ ਅਸੀਂ ਤੇ ਅਜੇ ਤੱਕ ਇਹੀ ਨਹੀਂ ਸਮਝ ਪਾ ਰਹੇ ਕਿ ਅਸੀਂ ਕਿਹੜੀ ਕੰਟਰੀ ਤੇ ਕਿਹੜੀ ਕੰਟਰੀ ਦੇ ਬਸ਼ਿੰਦੇ ਹੈਗੇ ਆ। ਕਿਉਂਕਿ ਅਫਗਾਨਿਸਤਾਨ ਦੇ ਸਾਨੂੰ ਕਹਿੰਦੇ ਕਿ ਤੁਸੀਂ ਹਿੰਦੁਸਤਾਨੀ ਹੈ, ਹਿੰਦੁਸਤਾਨ ਵਾਲੇ ਕਹਿੰਦੇ ਤੁਸੀਂ ਅਫਗਾਨੀ ਹੈ, ਠੀਕ ਹੈ, ਤੇ ਕਿੱਧਰ ਜਾਈਏ? ਨੋ ਮੈਨ ਲੈਂਡ, ਕੋਈ ਜਗ੍ਹਾ ਨਹੀਂ ਹੈ। ਤੇ ਉਹ ਜਦ ਕਹਿੰਦੇ ਉਹ ਸੀ ਸਿਟੀਜ਼ਨ, ਫਿਰ ਗੱਲ ਆਉਂਦੀ ਹੈ ਕਿ ਬਾਅਦ ਵਿੱਚ ਜਦ ਸੁਣਿਆ ਤੇ ਦੇਖਿਆ, ਸਿੱਖਾਂ ਦਾ ਵਤੀਰਾ ਜਿਹੜਾ ਇੰਡੀਆ ਦੇ ਵਿੱਚ ਹੁੰਦਾ ਹੈ, ਉਹ ਬੁੱਕਸ ਦੇ ਵਿੱਚ ਕੁਝ ਹੋਰ ਹੈ, ਲਾਅ ਦੇ ਵਿੱਚ ਕੁਝ ਹੋਰ ਹੈ, ਤੇ ਵਿਚਰਨ ਦੇ ਵਿੱਚ ਕੁਝ ਹੋਰ ਹੈ। ਜੀ ਪੰਜਾਬ ਦੇ ਵੀ ਹਾਲਾਤ ਦੇਖ ਰਹੇ, ਹੁਣ ਅਸੀਂ ਵੀ ਦੇਖ ਰਹੇ ਹਾਂ ਪੰਜਾਬ ਦੇ ਨਾਲ ਵੀ ਜਿਹੜਾ ਸੰਘਰਸ਼ ਚੱਲ ਰਿਹਾ, ਉਹਨਾਂ ਨੂੰ ਵੀ ਦੇਖ ਰਹੇ ਹਾਂ, ਤੇ ਫਿਰ ਅਫਸੋਸ ਹੁੰਦਾ ਹੈ ਕਿ ਸਾਡੇ ਨਾਲ, ਅਸੀਂ ਅਫਗਾਨਿਸਤਾਨ ਦੇ ਨਾਲ ਤੇ ਹੋ ਰਿਹਾ, ਲੇਕਿਨ ਜੇ ਹਿੰਦੁਸਤਾਨ ਵੱਡੀ ਡੈਮੋਕ੍ਰੇਟਿਕ ਕੰਟਰੀ ਕਹਿਣ ਤੋਂ ਬਾਵਜੂਦ ਸਿੱਖਾਂ ਨਾਲ ਜੋ ਸਾਡੇ ਕਰ ਨਾਲ, ਰਹੀ ਹੈ, ਸਹੀ ਹੈ, ਸਿੱਖਾਂ ਨਾਲ ਜੋ ਕਰ ਰਹੀ ਹੈ, ਤੇ ਫਿਰ ਬੰਦਾ, ਅਸੀਂ ਤੇ ਫਿਰ ਕਹਿੰਦੇ ਕਿ ਚਲੋ ਸਾਡੇ ਨਾਲ ਤੇ ਜਿਹੜਾ ਹੋ ਰਿਹਾ ਉਹ ਇੱਕ ਕਾਈਂਡ ਆਫ ਕਹਿਣਾ ਆਪਣੇ ਮਨ ਦੇ ਜਸਟੀਫਿਕੇਸ਼ਨ ਹੈ ਹੀ ਹੈ ਕਿ ਜੋ ਹੋ ਰਿਹਾ ਤੇ ਹੋਣਾ ਹੀ ਹੈ, ਉਹ ਤੇ ਹੋਣਾ ਹੀ ਹੈ। ਆਹ ਸਿਸਟਮ ਹੈ। ਦੂਜਾ ਭਰਮ ਹੈ ਜਿਹੜਾ ਸਿਸਟਮ ਬਣਾਇਆ ਹੋਇਆ, ਭਰਮ ਜਿਹੜਾ ਬਣਾਇਆ ਹੋਇਆ ਬਹੁਤ ਅੱਛਾ ਹੈ। ਬਾਲੀਵੁੱਡ ਹੈ, ਸੀਰੀਅਲ ਦੇ, ਆਹ ਟੈਲੀਵਿਜ਼ਨ ਹੈ ਜਿਹੜਾ, ਜੋ ਚੀਜ਼ ਸਾਨੂੰ ਦਿਖਾਈ ਜਾ ਰਹੀ ਹੈ, ਜੋ ਸਾਡੀ ਥਾਲ ਦੇ ਵਿੱਚ ਪਰੋਸੀ ਜਾ ਰਹੀ ਹੈ, ਉਹ ਬੜਾ ਵੱਡਾ ਹੱਥ ਹੈ। ਰੀਅਲ ਲਾਈਫ ਕੁਝ ਹੋਰ ਤੇ ਰੀਅਲ ਲਾਈਫ। ਤੁਸੀਂ ਅਫਗਾਨਿਸਤਾਨ ਰਹਿੰਦੇ ਜਿਹੜਾ ਭਾਰਤ ਦੇਖਿਆ ਸੀ ਇੰਡੀਆ, ਉਹ ਬਾਲੀਵੁੱਡ ਤੇ ਸੀਰੀਅਲਸ ਰਾਹੀਂ ਦੇਖਿਆ ਸੀ। ਬਿਲਕੁਲ ਜੀ, ਬਿਲਕੁਲ ਉਹੀ ਤੁਹਾਨੂੰ ਲੱਗਦਾ ਸੀ ਕਿ ਬਹੁਤ ਵਧੀਆ, ਬਹੁਤ ਵਧੀਆ, ਸਰਕਾਰਾਂ ਬੜੀਆਂ ਚੰਗੀਆਂ ਨੇ, ਸਿਸਟਮ ਬਹੁਤ ਸੋਹਣਾ ਕੰਮ ਕਰਦਾ, ਬਹੁਤ ਸੋਹਣਾ ਕੰਮ ਕਰ ਰਿਹਾ, ਅਖੀਰ ਤੇ ਆ ਕੇ ਹੀਰੋ ਦੀ ਜਿੱਤ ਹੁੰਦੀ ਹੈ। ਬਿਲਕੁਲ ਬਿਲਕੁਲ ਉਹੀ ਗੱਲ ਹੁੰਦੀ ਹੈ, ਤੇ ਉਹੀ ਅਸੀਂ ਸੋਚਦੇ ਸੀਗੇ, ਅਸੀਂ ਕਹਿੰਦੇ ਬੜੀ ਵਧੀਆ ਗੱਲ ਹੈ, ਏਦਾਂ ਬੜਾ ਅੱਛਾ ਹੈ। ਜਦ ਬਾਅਦ ਹੌਲੀ ਹੌਲੀ ਪਤਾ ਲੱਗਦਾ ਗਿਆ, ਪ੍ਰੋਬਲਮਾਂ ਦੇਖਦੇ ਗਏ, ਹੁਣ ਸਾਰੀ ਚੀਜ਼ ਜਗ ਜ਼ਾਹਿਰ ਹੈ, ਜੋ ਹੋ ਰਿਹਾ, ਜੋ ਵਰਤੀਰਾ ਹੋ ਰਿਹਾ, ਜੋ ਪਹਿਲੇ ਇਕੱਲੇ ਸਿੱਖਾਂ ਨਾਲ ਹੁੰਦਾ ਸੀਗਾ, ਹੁਣ ਅੱਜ ਕੱਲ੍ਹ ਦੀਆਂ ਜਿਹੜੀਆਂ ਮੌਜੂਦਾ ਸਰਕਾਰਾਂ ਹਿੰਦੁਸਤਾਨ ਦੀਆਂ ਵੀ, ਉਹ ਆਪਣੇ ਬਸ਼ਿੰਦਿਆਂ ਨਾਲ ਵੀ ਉਦਾਂ ਹੀ ਕਰ ਰਹੀ ਹੈ ਜੀ। ਜੋ ਸਾਡੇ ਨਾਲ 84 ਚ ਕੀਤਾ ਹੈ, ਉਹ ਤੋਂ ਪਹਿਲਾਂ ਕੀਤਾ ਜੇ ਸੰਤਾਂ ਦੇ ਸਮੇਂ। ਹੁਣ ਸੰਤਾਂ ਦੇ ਸਮੇਂ ਵੀ ਜਿਹੜੀ ਗੱਲ ਹੁੰਦੀ ਸੀ, ਜੇ ਕੋਈ ਸਪੀਚਾਂ ਵੀ ਦੇਖਦਾ, ਦਾਦ ਨੂੰ ਟੀਵੀ ਦੇਖਦਾ ਜਾਂ ਕੋਈ ਸਪੀਚ ਦੇਖਦਾ ਉਹਨਾਂ ਦੀ, ਤੇ ਉਹ ਹਰ ਗੱਲ ਨੂੰ ਦੱਸਦੇ ਹੁੰਦੇ ਸੀ ਕਿ ਏਦਾਂ ਏਦਾਂ ਮੇਰੇ ਨਾਲ ਗੱਲ ਕੀਤੀ, ਏਦਾਂ ਦਾ ਮੇਰੇ ਤੇ ਕੋਈ ਇਹਨਾਂ ਨੇ ਇਲਜ਼ਾਮ ਲਗਾਇਆ, ਆਹ ਗੱਲ ਆ, ਤੁਸੀਂ ਏਦਾਂ ਭਰਵੇਂ, ਕਿਉਂਕਿ ਉਸ ਟਾਈਮ ਤੇ ਮੀਡੀਆ ਵੀ ਨਹੀਂ ਸੀਗਾ, ਇਲੈਕਟ੍ਰੋਨਿਕ ਮੀਡੀਆ ਸੀਗਾ ਨਹੀਂ, ਤੇ ਜੇ ਤੁਹਾਨੂੰ ਟੀਵੀ ਦਿਖਾਇਆ ਜਾਂਦਾ ਸੀਗਾ, ਦੂਰਦਰਸ਼ਨ ਜਾਂ ਉਹਨਾਂ ਦੇ ਜਿਹੜੇ ਚੈਨਲ ਸੀ, ਅਸੀਂ ਵੀ ਦੂਰਦਰਸ਼ਨ ਰਾਹੀਂ ਹੀ ਦੇਖਦੇ ਸੀਗੇ ਸਾਰਾ ਕੁਝ। ਦੂਰਦਰਸ਼ਨ ਦੇ ਰਾਹੀਂ ਅਸੀਂ ਦੇਖਦੇ ਸੀ ਅਫਗਾਨਿਸਤਾਨ ਦੇ, ਜਿਹੜੀ ਉਹਨਾਂ ਦੇ ਟੈਲੀਵਿਜ਼ਨ ਚੱਲਦੇ ਸੀਗੇ ਉਹੀ ਦੇ। ਫਿਰ ਜਿਹੜੀਆਂ ਫਿਲਮਾਂ ਆਉਣੀਆਂ, ਉਹਦਾ ਬੜਾ ਕਰੇਜ਼ ਹੁੰਦਾ ਸੀਗਾ ਕਿ ਦੇਖੀਏ। ਸਾਨੂੰ ਕੀ ਕਹ ਲਓ, ਮੁਸਲਮਾਨਾਂ ਨੂੰ ਆਪ ਕਰੇਜ਼ ਸੀਗਾ,
ਜੀ ਬਹੁਤ ਜ਼ਿਆਦਾ ਮਤਲਬ ਕਹਿਣ ਬਹੁਤ ਦਾ ਜ਼ਿਆਦਾ। ਭਾਵ ਕਿ ਇੱਕ ਕਹਿਣ ਦਾ ਭਾਵ ਇਹ ਸੀਗਾ ਕਿ ਇੱਕ ਭਰਮ ਵਾਲੀ ਜ਼ਿੰਦਗੀ ਸੀਗੀ ਸਾਰੀ। ਜੀ, ਉਹ ਭਰਮ ਬਾਹਰ ਆ ਕੇ ਨਿਕਲੇ। ਹਾਂਜੀ, ਸੁਰਵੀਰ ਸਿੰਘ ਬਿਲਕੁਲ ਜੀ, ਬਿਲਕੁਲ। ਜਿਹੜੇ ਐਮਪੀ ਸੀ ਨਰਿੰਦਰ ਸਿੰਘ ਤੇ ਡਾਕਟਰ ਅਨਾਰਕਲੀ ਕੌਰ, ਹਾਂਜੀ ਹਾਂਜੀ ਉਹਨਾਂ ਦਾ ਕਿਸ ਤਰ੍ਹਾਂ ਦਾ ਵਿਵਹਾਰ ਰਿਹਾ ਗਵਰਨਮੈਂਟ ਦੇ ਵਿੱਚ ਸਿੱਖ ਕੌਮ ਨੂੰ, ਜਾਂ ਆਪਾਂ ਕਹਦੇ ਕਿ ਘੱਟ ਗਿਣਤੀਆਂ ਦੇ ਹੱਕਾਂ ਨੂੰ ਲੈ ਕੇ, ਜਾਂ ਉਹਨਾਂ ਦੀ ਤਰਜੇ ਜ਼ਿੰਦਗੀ ਨੂੰ ਲੈ ਕੇ? ਜੀ ਜਿਹੜੀ ਭੈਣ ਜੀ ਸੀਗੇ, ਇਹ ਤਾਂ ਹੂੰ ਖੁਦ ਇੱਕ ਡੈਂਟਿਸਟ, ਇੱਕ ਐਕਟਿਵਿਸਟ ਵੀ ਹੈਗੇ, ਤੇ ਐਕਸ ਪਾਰਲੀਮੈਂਟਰੀ ਵੀ ਹੈਗੇ, ਤੇ ਹੂੰ ਇਹ ਬੜੀ ਬਹੁਤ ਬਹੁਤ ਸੋਚਦੇ ਨੇ, ਕੌਮ ਵਾਸਤੇ ਬਹੁਤ ਸੋਚਦੇ। ਜੀ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ, ਮੈਨੂੰ ਉਹ ਭਾਈ ਸਾਹਿਬ ਦੀ ਦੂਸਰੇ ਦੀ, ਉਹਨਾਂ ਦੀ ਮੈਨੂੰ ਇਹਨਾਂ ਦੇ ਬਾਰੇ ਇੰਨਾ ਜ਼ਿਆਦਾ ਮੈਂ ਉਹ ਕਦੀ ਫੋਲੋ ਨਹੀਂ ਕੀਤਾ, ਬਟ ਹਾਂਜੀ ਭੈਣ ਜੀ ਨੂੰ ਮੈਂ ਫੋਲੋ ਕਰਦਾ ਰਿਹਾ, ਤੇ ਇਹਨਾਂ ਨੂੰ ਦੇਖਿਆ ਇਹਨਾਂ ਨੇ ਹਮੇਸ਼ਾ ਹੀ, ਦੇਖੋ ਲਾਸਟ ਮੂਮੈਂਟ ਤੱਕ ਕਿਤਨੀ ਤੁਸੀਂ ਮਿਲੇ ਹੋ ਕਦੇ ਡਾਕਟਰ ਅਨਾਰਕਲੀ ਕੌਰ ਨੂੰ, ਜਾਂ ਤੁਹਾਡੇ ਆਉਣ ਤੋਂ ਬਾਅਦ ਦੇ ਵਿੱਚ ਐਮਪੀ ਬਣੇ? ਮਿਲੇ ਆ ਅਸੀਂ, ਏਦਾਂ ਮਤਲਬ ਕਿ ਉਸ ਤਰ੍ਹਾਂ ਮਿਲੇ ਆ ਕਿ ਇਹਨੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ, ਕਿ ਹੁਣ ਤਾਂ ਅਸੀਂ ਪਤਾ ਸੀ ਕਿ ਉਹ ਕਾਫੀ ਫੇਮਸ ਵੀ ਹੈਗੇ ਨੇ, ਤੇ ਆਬਵੀਅਸ ਹੈ ਕਿ ਜੀ ਪਾਰਲੀਮੈਂਟ ਚ ਵੀ ਰਹੇ ਨੇ, ਲੋਏ ਜਰਗਾ ਦੇ ਅੰਦਰ ਮੈਂਬਰ ਨੇ, ਤੇ ਐਕਟਿਵਿਸਟ ਵੀ ਹੈਗੇ ਨੇ। ਜੀ ਪਰ ਉਸ ਤਰ੍ਹਾਂ ਫਤਿਹ ਨਾਲ ਸਾਂਝ ਤਾਂ ਹੋਈ ਆਈ, ਆਉਂਦੇ ਰਹਿੰਦੇ ਸੀ, ਮਿਲਦੇ ਰਹਿੰਦੇ ਸੀ, ਗੁਰਦੁਆਰੇ ਸੀ, ਕੋਈ ਕਾਬੁਲ ਦੇ ਮੇਨ ਤੇ ਕਾਬੁਲ ਸੀ ਰਹਿੰਦੇ ਸੀ ਫਿਲਹਾਲ ਤੇ। ਜੀ ਹੁਣ ਜੋ ਜਲਾਲਾਬਾਦ ਤੋਂ ਨੇ ਪਿੱਛੋਂ, ਜਾਂ ਕਾਬਲ ਤੋਂ ਨੇ? ਹਾਂਜੀ ਅਨਾਰਕਲੀ ਕੌਰ ਉਹ ਜਲਾਲਾਬਾਦ ਤੋਂ ਨੇ ਬਸ਼ਿੰਦੇ, ਕਿ ਉਹ ਕਾਬਲ ਦੇ ਬਸ਼ਿੰਦੇ ਸੀ? ਵੇ ਰਹਿੰਦੇ, ਮੈਨੂੰ ਨਹੀਂ ਸੀਗਾ ਕਿ ਉਹ ਰਹਿੰਦੇ ਕਾਬੁਲ ਸੀਗੇ। ਜੀ ਜੀ ਰਹਿੰਦੇ ਕਾਬੁਲ ਸੀਗੇ, ਜੀ ਜੀ ਤੇ ਪਿਛੋਕੜ ਅਸੀਂ ਕਦੀ ਏਦਾਂ ਮੈਂ ਉਹਨਾਂ ਨੂੰ ਇੰਨਾ ਦੇਖਿਆ ਨਹੀਂ ਕਿ ਬਈ ਕਿੱਥੋਂ ਜੀ ਸੀਗੇ ਪਿੱਛੇ, ਤੇ ਜੀ ਮੁਲਾਕਾਤ ਹੋਈ ਵੀ ਹੈ, ਵੀ ਇਵੇਂ ਨਹੀਂ ਜਿਵੇਂ ਸਾਰੀ ਸੰਗਤ ਬੈਠੀ, ਸੰਗਤ ਨਾਲ ਮੁਲਾਕਾਤ ਵੀ ਹੋਈ ਹੈ, ਜੀ ਪਰ ਉਹ ਉਹਨਾਂ ਚ ਉਹ ਦੇਖੋ ਲਾਸਟ ਮੂਮੈਂਟ ਤੱਕ, ਹੁਣ ਤੱਕ ਉਹ ਉੱਥੇ ਹੀ ਸੀਗੇ, ਐਂਡ ਮੂਮੈਂਟ ਤੱਕ, ਜਦ ਜੀ ਸਾਰੇ ਨਿਕਲ ਗਏ ਸੀਗੇ, ਸਾਰੇ ਚਲੇ ਗਏ ਸੀਗੇ, ਸਭ ਜਾਣ ਤੋਂ ਬਾਵਜੂਦ ਵੀ ਉਹ ਲਾਸਟ ਤੱਕ ਰਹੇ ਨੇ। ਹੁਣ ਉਹਨੂੰ ਨਿਕਲਣਾ ਪਿਆ। ਕੱਲ ਮੈਂ ਉਹਦਾ ਇੰਟਰਵਿਊ ਵੀ ਦੇਖਦਾ ਸੀ, BBC ਚ ਉਹਨਾਂ ਦਾ ਇੰਟਰਵਿਊ ਚੱਲਦਾ ਸੀਗਾ, ਤਾਂ ਪੁੱਛਦੇ CNN ਵਾਲੇ, ਅਕਾਲ ਚੈਨਲ ਤੇ ਵੀ ਚੱਲਦਾ ਸੀ ਉਹਨਾਂ ਦਾ, ਤੇ ਉਹ ਮੈਂ ਦੇਖਦਾ ਸੀ, ਉਹਨਾਂ ਨੇ ਇਹੀ ਗੱਲ ਕੀਤੀ ਕਿ ਬਹੁਤ ਜ਼ਿਆਦਾ ਮੁਸ਼ਕਿਲ ਹੁਣ ਹੋ ਗਿਆ ਉਹਨਾਂ ਨੂੰ, ਉਹੀ ਨਾ ਕਿ ਸੋਚ ਨਹੀਂ ਕਰਨ ਕੀ, ਦਿਮਾਗ ਬਲੌਕ ਹੋ ਗਿਆ ਜੀ ਟੋਟਲੀ, ਕਿ ਕਰਨਾ ਕੀ ਹੈ, ਸਾਡੇ ਲੋਕਾਂ ਨੂੰ ਚਾਹੀਦਾ ਕੀ ਕਰੀਏ, ਕਿ ਸਾਡੇ ਕੋਲ ਇਹੀ ਆਪਸ਼ਨ ਹੈ ਕਿ ਇਸ ਟਾਈਮ ਅਸੀਂ ਨਿਕਲੀਏ, ਉੱਥੇ ਜਾ ਕੇ ਵੇਟ ਕਰੀਏ ਕਿ ਕੁਝ ਹੋਵੇ, ਕੁਝ ਹੱਲ ਹੋਵੇ ਸਾਡਾ, ਕਿ ਅਸੀਂ ਜਾ ਸਕਦੇ ਹਾਂ ਵਾਪਸ ਕਿ ਨਹੀਂ ਜਾ ਸਕਦੇ, ਤੇ ਫਿਊਚਰ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਹੈ ਕਿ ਹੁਣ ਕੀ ਹੋਏਗਾ। ਜੀ ਬਹੁਤ ਧੰਨਵਾਦ ਤੁਹਾਡਾ, ਦੋਨੇ ਹੀ ਭਰਾਵਾਂ ਦਾ, ਸਿੰਘਾਂ ਦਾ। ਤੁਸੀਂ ਬਹੁਤ ਡਿਟੇਲ ਦੇ ਵਿੱਚ ਗੱਲਬਾਤ ਕੀਤੀ, ਪਰ ਅਜੇ ਹੋਰ ਬਹੁਤ ਜ਼ਿਆਦਾ ਡਿਟੇਲ ਆਪਣੀ ਪੈਂਡਿੰਗ ਆ, ਜਿਹੜੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਉਹ ਗੱਲਬਾਤ ਵੀ ਕਰੀਏ, ਤੁਹਾਡੀ ਦੋਨਾਂ ਦੀ ਹੀ ਜ਼ਿੰਦਗੀ ਦੇ ਬਾਰੇ, ਜੋ ਵਿਖੜੇ ਪੈਂਡੇ ਤੁਸੀਂ ਲੰਘ ਕੇ ਆਏ ਹੋ। ਅਖੀਰ ਦੇ ਉੱਤੇ ਤੁਸੀਂ ਆਪਣੇ ਵੱਲੋਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਮੇਰੇ ਤੋਂ ਕੋਈ ਸਵਾਲ ਪੁੱਛਣ ਵਾਲਾ ਰਹਿ ਗਿਆ ਹੋਵੇ ਦੁਨੀਆ ਭਰ ਦੇ ਵਿੱਚ ਵਾਸਤੇ ਸਿੱਖ ਭੈਣਾਂ ਭਰਾਵਾਂ ਨੂੰ, ਉਹ ਤੁਸੀਂ ਸਾਂਝਾ ਕਰ ਸਕਦੇ ਹੋ ਜੀ। ਤਰਨਜੀਤ ਸਿੰਘ ਜੀ, ਅਤੇ ਉਸ ਤੋਂ ਬਾਅਦ ਸੁਰਵੀਰ ਸਿੰਘ। ਦਾਸ ਦੀ ਇਹੀ ਬੇਨਤੀ ਹੈ, ਸਾਰੇ ਆਪਣੇ ਜਿਹੜਾ ਵਸਦੇ ਪੰਜਾਬੀ ਸਿੱਖ ਆਪਣੇ ਜਿਹੜੀ ਸਾਰੀ ਦੁਨੀਆ 'ਚ ਵਸਦੇ ਆ, ਅਸੀਂ ਬਾਹਰਲੇ 'ਚ ਵੀ ਮੁਲਕਾਂ ਜਿੱਥੇ ਵੀ ਵਸਦੇ ਆ, ਸਭ ਨੂੰ ਇੱਕੋ ਹੀ ਬੇਨਤੀ ਹੈ ਦਾਸ ਦੀ, ਕਿ ਆਪਣੀ ਨੁਮਾਇੰਦਗੀ ਦਾ ਕੰਮ ਆਪਣਾ ਜਿਹੜਾ ਕੰਮ ਹੈ ਅਸੀਂ ਆਪ ਕਰੀਏ, ਰਾਦਰ ਦੈਨ ਕਿਸੇ ਨੂੰ ਪੁੱਛੀਏ, ਸਰਕਾਰਾਂ ਦੇ ਮੂਹਰੇ ਜਾ ਕੇ ਕਹੀਏ, ਉਹਨਾਂ ਨੂੰ ਬੇਨਤੀਆਂ ਕਰੀਏ, ਉਹ ਤੋਂ ਜਿਹੜਾ ਆਪ ਕਰੀਏ। ਤੇ ਹੁਣ ਦਾਸ ਨੂੰ ਪਰਸਨਲੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਉਮੀਦਾਂ ਹੈਗੀਆਂ, ਕਿਉਂਕਿ ਐਜ਼ ਐ ਸਿੱਖ ਸਾਡੇ ਸਾਰੇ ਸਮਰਪਿਤ ਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ। ਉੱਥੋਂ ਪਲੱਸ ਜਿਹੜੀ ਆਪਣੀ ਨੁਮਾਇੰਦਗੀ ਪੰਜਾਬ 'ਚ, ਜੇ ਆਪਾਂ ਕਹਿ ਲਈਏ ਪੰਜਾਬ ਐਜ਼ ਐ ਸਿੱਖ, ਪੰਜਾਬ ਤੋਂ ਹੀ ਆਪਣਾ ਚੱਲੇਗਾ ਜੋ ਵੀ ਕੰਮ ਚੱਲਣਾ ਹੈ ਹੋਣਾ ਜੀ। ਉਧਰ ਦੀ ਲੀਡਰਸ਼ਿਪ ਜਿਹੜੀ ਹੈਗੀ, ਉਧਰ ਦੀ ਹੈਗੀ, ਉਹ ਹੁਣ ਇੱਦਾਂ ਦਾ ਆਪਣਾ ਇੱਕ ਸਾਡੇ ਵਿੱਚ ਬੜੇ ਰੁਤਬਾ ਮੈਸੇਜ ਜਾਵੇ ਕਿ ਕੋਈ ਵੀ ਗੱਲ ਹੁੰਦੀ ਹੈ, ਕਿਸੇ ਵੀ ਸਿੱਖ ਦੀ ਗੱਲ, ਭਾਵੇਂ ਉਹ ਹਿੰਦੁਸਤਾਨ ਦੇ ਵਿੱਚ ਹੁੰਦੀ ਹੈ, ਹਿੰਦੁਸਤਾਨ ਤੋਂ ਬਾਹਰ ਹੁੰਦੀ ਹੈ, ਤੇ ਉਹ ਇਹਦੀ ਸક્ષਮ ਹੋਵੇ ਕਿ ਉਹ ਆਪਣੀ ਗੱਲ ਕਰ ਸਕੇ ਤੇ ਲੋਕਾਂ ਨੂੰ ਮਨਾ ਸਕੇ, ਕਹਿ ਸਕੇ ਆਪਣੀ ਗੱਲ ਜੀ। ਖੱਡਣ ਕਰਨ ਦੀ ਉਹਨਾਂ ਦੀ ਇੰਨੀ ਹੋਵੇ, ਇਹਦੇ ਤੇ ਅਸੀਂ ਜ਼ਰੂਰ ਕੋਈ ਕੰਮ ਕਰੀਏ, ਕਿਉਂਕਿ ਇਹਨੇ ਏਦਾਂ ਚੀਜ਼ਾਂ ਤੇ ਨਿਕਲਦੇ ਰਹਿਣੀਆਂ, ਜਿਨ੍ਹਾਂ ਦੇ ਮੁਲਕ ਹੈ ਉਹਨਾਂ ਨੇ ਬਣਾਈ ਜਾਣੇ ਆ। ਅੱਜ ਅਫਗਾਨਿਸਤਾਨ 'ਚ ਇਹ ਹਾਲਾਤ ਨੇ,
नॉर्दर्न अलायंस है, मुजाहिदीन है, फिर कल ਨੂੰ तालिबान है और तालिबान ने भी ਸਾਲ ਕਰਨਾ ਹੈ, ਥੋੜੇ ਟਾਈਮ ਬਾਅਦ ਉਹਨਾਂ ਨੇ ਵੀ ਚਲ ਜਾਣਾ ਹੈ, ਫਿਰ ਦੂਜੇ ਨੇ ਆ ਜੀ ਜਾਣਾ ਹੈ। ਮਤਲਬ ਉਹਦੇ ਵਿੱਚ ਸਾਡਾ ਜਿਹੜਾ ਕਿ ਜਨਰੇਸ਼ਨ ਜਿਹੜੀ ਹੈਗੀ ਉਹ ਮੇਰੇ ਦੀ, ਮੇਰੀ ਪਹਿਲੇ ਦੀ, ਮੇਰੀ ਕਿੰਨੀਆਂ ਜੀ ਜਨਰੇਸ਼ਨ ਖਰਾਬ ਹੋ ਗਈਆਂ, ਉਹ ਨਾ ਹੋਣ। ਉਹਦੇ ਲਈ ਦੇਖੋ ਕੰਮ ਕਰਨਾ ਸ਼ੁਰੂ ਕਰੀਏ, ਐਗਜ਼ੈਕਟਲੀ ਕਰੀਏ ਕਿ ਸਾਡੀ ਆਵਾਜ਼ ਪਹਿਲੇ ਆਪਣੇ ਆਪ ਨੂੰ ਸਟਰੋਂਗ ਕਰੀਏ ਹਿੰਦੁਸਤਾਨ ਦੇ ਵਿੱਚ ਹੀ, ਇੰਡੀਆ ਦੇ ਵਿੱਚ ਹੀ, ਪੰਜਾਬ ਦੇ ਵਿੱਚ ਹੀ। ਫਿਰ ਪੰਜਾਬ ਤੋਂ ਫਿਰ ਜਿਹੜੀ ਗੱਲ ਬਾਹਰ ਜਾਊਗੀ ਤਾਂ ਹੀ ਗੱਲ ਕਰਾਂਗੇ, ਜੇ ਉਧਰ ਪੱਕੇ ਹੋਵਾਂਗੇ, ਸਹੀ ਹੋਵਾਂਗੇ ਤੇ ਬਾਹਰ ਗੱਲ ਕਰਾਂਗੇ। ਤੇ ਰਲ ਮਿਲ ਕੇ ਗੱਲ, ਕਦੇ ਵੀ ਕੋਈ ਸਾਡੇ ਤੇ ਤਸ਼ੱਦਦ ਹੁੰਦਾ ਹੈ ਜਾਂ ਗੱਲ ਇਦਾਂ ਦੀ ਵਾਪਰਦੀ ਹੈ, ਸਾਡੇ ਸਿੱਖਾਂ ਦੀ ਇਹ ਸ਼ੁਰੂ ਤੋਂ ਤਰਾਸਦੀ ਰਹੀ ਹੈ। ਜਦ ਤੱਕ ਸਾਡੇ ਨਾਲ ਕੋਈ ਮਾੜਾ ਕੰਮ ਨਹੀਂ ਹੁੰਦਾ, ਅਸੀਂ ਉਸ ਪਾਸੇ ਸੋਚਦੇ ਨਹੀਂ। ਜੀ ਪਹਿਲੇ ਕੋਈ ਅਸੀਂ ਤਿਆਰ ਨਹੀਂ ਰੱਖਦੇ ਆਪਣੀ। ਤੇ ਇਹ ਥੋੜਾ ਜਿਹਾ ਅਸੀਂ ਸੁਰਵੀਰ ਕੋਸ਼ਿਸ਼ ਜੀ ਕੋਸ਼ਿਸ਼ ਕਰੀਏ। ਹਾਂਜੀ ਜ਼ਰੂਰ, ਇਸ ਬਾਰੇ ਦੱਸ ਜੀ ਇਹੀ ਬੇਨਤੀ ਕਰਨਾ ਚਾਹੁੰਦਾ। ਜੀ ਧੰਨਵਾਦ ਤੁਹਾਡਾ ਤਰਨਜੀਤ ਸਿੰਘ ਜੀ। ਸੁਰਵੀਰ ਸਿੰਘ ਜੀ, ਤੁਸੀਂ ਕੋਈ ਅਖੀਰਲਾ ਸੁਨੇਹਾ? ਹਾਂਜੀ, ਬਸ ਇਹੀ ਜਿਹੜਾ ਸੁਨੇਹਾ ਔਰ ਤਰਨਜੀਤ ਸਿੰਘ ਨੇ ਦਿੱਤਾ ਹੈ, ਸਾਡਾ ਵੀ ਇਹੀ ਸੁਨੇਹਾ ਹੈ ਸਾਰਿਆਂ ਵਾਸਤੇ ਕਿ ਜਦ ਅਸੀਂ ਆਪ ਤਗੜੇ ਨਹੀਂ ਹੋਵਾਂਗੇ, ਤਗੜੇ ਹੋ ਕੇ ਜੀ ਆਪ ਆਪਣੇ ਵਾਸਤੇ ਨਹੀਂ ਕਰਾਂਗੇ ਕੁਝ ਵੀ, ਤੇ ਅਸੀਂ ਕਿਸੇ ਕੋਲ ਉਮੀਦ ਨਹੀਂ ਰੱਖ ਸਕਦੇ ਕਿ ਸਾਡੇ ਵਾਸਤੇ ਕੌਣ ਕਰੇਗਾ ਤੇ ਕੌਣ ਨਹੀਂ ਕਰੇਗਾ। ਤੇ ਬਸ ਚਿੱਠੀਆਂ ਹੀ ਪਾਈ ਜਾਵਾਂਗੇ ਲੋਕਾਂ ਤੇ, ਕੋਈ ਚਿੱਠੀਆਂ ਪਾਈ ਜਾਓ, ਉਹਨਾਂ ਕੋਲ ਜਾਓ ਤੇ ਦਿਖਾਈ ਜਾਓ ਚਿੱਠੀਆਂ, ਸਾਡੇ ਵਾਸਤੇ ਕਰੋ ਕੰਮ। ਜੀ ਸਾਨੂੰ ਆਪ ਹੀ ਤਗੜਾ ਹੋਣਾ ਪੈਣਾ ਹੈ, ਹੂੰ ਸਾਨੂੰ ਆਪ ਹੀ ਤਗੜਾ ਹੋਣਾ ਪੈਣਾ। ਜਦ ਤੱਕ ਆਪੇ ਤਗੜੇ ਨਹੀਂ ਹੋਗੇ, ਆਪਣੀ ਇੱਕ ਸਟਰੋਂਗ ਹੋਲਡ, ਜਿੱਧਰ ਵੀ ਸਿੱਖਾਂ ਦਾ ਖੁਦ ਸਿੱਖੀ ਦਾ ਕੋਈ ਜਗ੍ਹਾ ਨਹੀਂ, ਸਿੱਖੀ ਦੀ ਕੋਈ ਸਟਰੋਂਗ ਹੋਲਡ ਨਹੀਂ ਹੋਏਗਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਮੀਰੀ ਪੀਰੇ ਦਾ ਸਿਧਾਂਤ ਸਾਨੂੰ ਕਰਨਾ ਹੀ ਪੈਣਾ। ਮੀਰੀ ਪੀਰੇ ਦਾ ਸਿਧਾਂਤ ਜਿਹੜਾ ਗੁਰੂ ਪਾਤਸ਼ਾਹ ਸਾਨੂੰ 6ਵੇਂ ਪਾਤਸ਼ਾਹ ਦੇ ਕੇ ਗਏ ਹੈ, ਤੇ ਜੀ ਉਹ ਹਮੇਸ਼ਾ ਅਸੀਂ ਭੁੱਲ ਜਾਂਦੇ ਆ ਕਿੱਦਾਂ ਵੀ ਹੈ। ਸਾਨੂੰ ਉਹਦੇ ਤੇ ਆਪਣੇ ਤੋਂ, ਜਿੱਦਾਂ ਸੁਤੰਤਰਤਾ ਹੈ ਸਾਡੀ ਆਪਣੀ, ਖਾਲਸਾ ਖੁਦ ਖੁਦਾ ਹੈ, ਜਿੱਦਾਂ ਉਹਦਾ ਦੀ ਚੀਜ਼ ਆਪਣੇ ਵਿੱਚ। ਕਿਉਂਕਿ ਸਾਡੇ ਲੋਕ 30 ਸਾਲਾਂ ਤੋਂ, 40 ਸਾਲਾਂ ਤੋਂ, 30 ਸਾਲਾਂ ਤੋਂ ਉੱਪਰ ਹੋ ਗਿਆ ਇਸ ਜਿਹਦੀ ਤੇ ਉਹ ਕਿੱਦਾਂ ਉਹਨਾਂ ਦੀ ਅੰਦਰ ਲੜਨ ਦੀ ਸ਼ਕਤੀ ਜਿਹੜੀ ਹੈਗੀ ਉਹ ਚੱਲ ਗਈ ਹੈ। ਜੀ ਉਹ ਕੈਮਰੇ ਤੇ ਨਹੀਂ ਦਿਖਾ ਸਕਦੇ, ਉਹ ਕਹਿ ਨਹੀਂ ਸਕਦੇ। ਹਾਲੇ ਵੀ ਜਿਹੜੀ ਸਪੀਚਾਂ ਚੱਲ ਰਹੀਆਂ, ਜੋ ਹੋ ਰਿਹਾ ਉਹ ਕੈਮਰੇ ਲਈ ਕੁਝ ਹੋਰ ਹੈ, ਅੰਦਰ ਦੀ ਗੱਲ ਕੁਝ ਹੋਰ ਹੈ। ਜੀ ਜੀ ਖੁੱਲ ਕੇ ਨਹੀਂ ਕਹਿ ਸਕਦੇ, ਨਹੀਂ ਕਹਿ ਕਿਉਂਕਿ ਹਿੰਦੁਸਤਾਨੀ ਵੀ ਬੈਠੇ ਹੈ, ਉਹਨਾਂ ਦੀ ਵਾਹਵਾਹੀ ਕਰਨੀ ਪੈਣੀ ਹੈ ਕਿਉਂਕਿ ਉਹ ਲੈ ਕੇ ਗਏ ਹੈ। ਇਹ ਸਮਝਣੀ ਪੈਣੀ ਹੈ ਸਾਨੂੰ ਗੱਲ। ਥੋੜਾ ਜਿਹਾ ਨਾ ਇਸ ਬਾਰੇ ਆਪਾਂ ਨੂੰ ਜ਼ਰੂਰ ਸਾਰੀ ਜਥੇਬੰਦੀਆਂ ਨੂੰ ਰਲ ਕੇ, ਕਿੱਦਾਂ ਵੀ ਸਿਰਮੌਰ ਸਾਡੀ ਸੰਸਥਾ ਹੈ ਉਹ ਵੀ ਕੁਝ ਕਰੇ, ਕਿੱਦਾਂ ਕੁਝ ਐਕਸ਼ਨ ਲਵੇ ਤੇ ਕੁਝ ਨਾ ਕੁਝ ਗੱਲ, ਕਿਉਂਕਿ ਉਹ ਕੁਝ ਗੱਲ ਕਹਿਣ ਤੇ ਅਗਲੀਆਂ ਹਿੱਲ ਜਾਣ, ਸਰਕਾਰਾਂ ਹਿੱਲ ਜਾਣ। ਏਦਾਂ ਹੋਣਾ ਚਾਹੀਦਾ ਹੈ, ਖਾਲਸੇ ਦਾ ਏਦਾਂ ਕੰਮ ਹੋਣਾ ਚਾਹੀਦਾ ਸੀਗਾ। ਬਾਕੀ ਗੁਰੂ ਮਹਾਰਾਜ ਕੇ ਸਾਰੇ ਅਰਦਾਸ ਕਰੀਏ, ਤੁਸੀਂ ਵੀ ਕਰੋ, ਅਸੀਂ ਵੀ ਕਰਦੇ ਹਾਂ, ਖਾਲਸੇ ਦੀ ਚੜ੍ਹਦੀ ਕਲਾ ਹੋਵੇ। ਜੀ ਬਿਲਕੁਲ ਜੀ, ਖਾਲਸੇ ਦੀ ਚੜ੍ਹਦੀ ਕਲਾ ਜ਼ਰੂਰ ਹੋ। ਮਹਾਰਾਜ ਦੇ ਬਚਨ ਨੇ, ਬਚਨ ਕਾਬਲ ਨੇ। ਕੀ ਹਾਂਜੀ ਸੰਗਤ ਕੀ ਰੱਖਿਆ, ਗੁਰੂ ਬਿਲਕੁਲ, ਆਪ ਆਪ ਕਰੇਗਾ। ਕਰੇਗਾ। ਹਾਂਜੀ ਤੋ ਸਾਡੀ ਸ਼ਰਧਾ ਉਹਨਾਂ ਬੋਲਾਂ ਦੇ ਵਿੱਚ, ਉਸ ਦੇ ਵਿੱਚ ਸਾਡੀ ਪੂਰੀ ਪਰਪੱਕਤਾ ਗਈ। ਤੋ ਵਾਹਿਗੁਰੂ ਮਿਹਰ ਕਰਨਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਤਰਨਜੀਤ ਸਿੰਘ ਅਤੇ ਸੁਰਬੀਰ ਸਿੰਘ ਜੀ, ਅੱਜ ਦੀ ਇਹ ਗੱਲਬਾਤ ਦੇ ਵਿੱਚ ਹਿੱਸਾ ਲੈਣ ਦੇ ਲਈ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਕੁ ਵੀ ਤਾਲਿਬਾਨ ਕਹਿ ਰਹੇ ਨੇ ਉਹਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਕਿ ਇਸ ਧਰਤੀ ਦੀ ਜੋ ਸਭਿਅਤਾ ਰਹੀ ਆ, ਜਿਸ ਤਰ੍ਹਾਂ ਪਹਿਲਾਂ ਦੇ ਕਿੰਗ ਦੀ ਵੀ ਗੱਲ ਕੀਤੀ ਸੀ ਤਰਨਜੀਤ ਸਿੰਘ ਹੋਰਾਂ ਨੇ, ਉਹਨੂੰ ਕਿਹਾ ਕਿ ਸਿੱਖ ਇੱਥੋਂ ਦੀ ਬਹੁਤ ਵੱਡੇ ਐਸੈਟਸ ਨੇ, ਸਿੱਖ ਤੋਂ ਬਿਨਾਂ ਇਹ ਮੁਲਕ ਜਿਉ ਨਹੀਂ ਸਕਦਾ। ਉਮੀਦ ਹੈ ਕਿ ਉਹਨਾਂ ਦੇ ਖਾਨੇ ਵੀ ਇਹ ਗੱਲ ਪਊਗੀ ਤੇ ਉਹ ਜੋ ਕਹਿ ਰਹੇ ਨੂੰ ਅਮਲ ਦੇ ਵਿੱਚ ਵੀ ਲਿਆ ਕੇ ਦਿਖਾਉਣਗੇ। ਅਸੀਂ ਚੰਗੇ ਭਵਿੱਖ ਦੀ ਹੀ ਉਮੀਦ ਅਤੇ ਅਰਦਾਸ ਕਰ ਸਕਦੇ ਹਾਂ। ਦਰਸ਼ਕੋ, ਇਸ ਗੱਲਬਾਤ ਨੂੰ ਅੱਗੇ ਤੁਸੀਂ ਸਾਂਝਾ ਜ਼ਰੂਰ ਕਰਿਓ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਵਿਜ਼ਿਟ ਕਰ ਸਕਦੇ ਹੋ। ਉੱਥੇ ਅਸੀਂ ਹੋਰ ਇਨਫੋਰਮੇਸ਼ਨ ਵੀ ਸਾਂਝੀ ਕਰਦੇ ਰਹਿੰਦੇ ਹਾਂ, ਵੀਡੀਓਜ਼ ਹੋਰ ਵੀ ਜਿਹੜੇ ਵਿਸ਼ੇ ਨੇ, ਮੁੱਦੇ ਨੇ, ਉਹਨਾਂ ਦੇ ਉੱਤੇ ਪਾਉਂਦੇ ਰਹਿੰਦੇ ਹਾਂ। ਇਸ ਮੁੱਦੇ ਨੂੰ ਫੋਲੋ ਅਪ ਜ਼ਰੂਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਅਤੇ YouTube ਨੂੰ ਸਬਸਕ੍ਰਾਈਬ ਵੀ ਕਰ ਲਿਓ। ਦਿਓ ਜੀ ਇੱਥੇ ਆ ਗਿਆ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।